ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿ ਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਇਸ ਗੁਫਾ ਮਹਿ ਅਖੁੱਟ ਪੰਡਹਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਇਸ ਗੁਫਾ ਮਹਿ ਅਖੁੱਟ ਪੰਡਹਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਝਾਵਣਿਆ। ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆ। ਰਹਾ ਹਉ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ। ਸ਼ਰੀਰੋਂ ਪਾਲਣ ਕੋ ਬਾਹਰ ਜਾਏ ਨਾਮ ਨਾ ਲਹੈ ਬਹੁਤ ਵੇਗਾਰ ਦੁਖ ਪਾਏ। ਮਨਮੁਖ ਅੰਧੇ ਸੂਝੈ ਨਾਹੀ ਫਿਰ ਘਿਰ ਆਏ ਗੁਰਮੁਖ ਵਥ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹਉ ਮੈਂ ਜਾਏ। ਬੈਸ ਸੁਥਾਨ ਸਦ ਹਰ ਗੁਣ ਗਾਵੈ ਸਾਚੈ ਸ਼ਬਦ ਸਮਾਵਣਿਆ। ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ। ਉਥੈ ਅਨਹਦ ਸ਼ਬਦ ਵਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦੈ ਅੰਤਰ ਆਨੇਰਾ ਨਾ ਵਸਤ ਲਹੈ ਨਾ ਚੂਕੈ ਫੇਰਾ। ਸਤਿਗੁਰ ਹੱਥ ਕੂੰਜੀ ਹੋਰਤ ਦਰ ਖੁੱਲੈ ਨਾਹੀ ਗੁਰ ਪੂਰੈ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ
ਗੁਰ ਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼। ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆਨ ਵਿੱਚ ਰਾਗ ਮਾਝ ਦੇ ਗੁਰੂ ਅਮਰਦਾਸ ਮਹਾਰਾਜ ਦੁਆਰਾ ਉਚਰਿਤ ਕੀਤੇ ਗਏ ਅਸ਼ਟਪਦੀਆਂ ਦੀ ਵਿਚਾਰ ਹੁੰਦੀ ਹੈ। ਆਲਮੋਸਟ ਸੇਮ ਹੀ ਬੰਤਰ ਦੇ ਨਾਲ, ਸੇਮ ਕਾਈਂਡ ਆਫ ਸਟਰਕਚਰ ਦੇ ਨਾਲ ਇਹ ਸਾਰੇ ਸ਼ਬਦ ਜੋ ਕੰਟੀਨਿਊਸਲੀ ਸਾਨੂੰ ਪ੍ਰਾਪਤ ਹੋ ਰਹੇ ਨੇ। ਆਪ ਜੀ ਅਕਲੇਰਾ ਸ਼ਬਦ ਅੱਜ ਸਰਵਨ ਕੀਤਾ ਹੈ। ਵਿਚਾਰ ਪ੍ਰਾਰੰਭ ਕਰਦੇ ਹਾਂ ਰਹਾਉ ਦੇ ਪਦੇ ਤੋਂ। ਮਹਾਰਾਜ ਬਿਆਨ ਕਰਦੇ, ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਰਹਾਉ ਹਉ ਵਾਰੀ ਜਿਉ ਵਾਰੀ, ਇਹ ਤੁਸੀਂ ਲਗਾਤਾਰਤਾ ਨਾਲ ਸੁਣ ਰਹੇ ਹੋ। ਇਹ ਖਾਸ ਕਰਕੇ ਇੰਨਾ ਕੁ ਹਿੱਸਾ ਹਰ ਇੱਕ ਰਹਾਉ ਦੇ ਪੰਧ ਵਿੱਚ, ਜਿਹਦਾ ਮੀਨਿੰਗ ਬੜਾ ਸਪਸ਼ਟ ਆ। ਮੈਂ ਕੁਰਬਾਨ ਜਾਨਾ, ਵਾਰਨੇ ਜਾਨਾ, ਆਪਣਾ ਆਪਾ ਨਿਵਾਰਨ ਦੀ ਬਾਤ ਹੋ ਰਹੀ ਹੈ। ਹਾਈਐਸਟ ਰਿਗਾਰਡ ਜਾਂ ਰਿਕੁਐਸਟ ਜਾਂ ਰਿਸਪੈਕਟ ਪੇ ਕਰਨ ਦੀ ਗੱਲ ਹੋ ਰਹੀ ਹੈ ਉਹਨਾਂ ਹਸਤੀਆਂ ਨੂੰ, ਉਸ ਮਨੁੱਖ ਮਾਤਰ ਨੂੰ, ਉਸ ਬਸ਼ਰ ਨੂੰ ਜਿਹੜਾ ਗੁਰਮਤ ਦੇ ਸਕੂਲ ਦੇ ਅਨੁਸਾਰ ਆ ਚੀਜ਼ਾਂ ਦਾ ਧਾਰਨੀ ਹੋ ਰਿਹਾ ਹੈਗਾ, ਉਹਦੀ ਬਾਤ ਹੋ ਰਹੀ ਹੈ। ਇੱਥੇ ਬਚਨ ਆਇਆ ਹੈ, ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ, ਨਾਮ ਐਜ਼ ਏ ਨਾਊਨ ਇੱਥੇ ਐਕਟ ਕਰਦਾ ਹੈ। ਅੰਮ੍ਰਿਤ ਉਹਦਾ ਐਡਜੈਕਟਿਵ ਉਸ ਰੂਪ ਵਿੱਚ ਐਕਟ ਕਰਦਾ ਹੈ ਪਾਰਟ ਆਫ ਸਪੀਚ ਦੇ ਅੰਦਰ, ਜੇ ਆਪਾਂ ਲੈਂਗੁਇਸਟਿਕ ਸਾਈਡ ਤੋਂ ਦੇਖਦੇ ਹਾਂ। ਤੇ ਹੁਣ ਦੇ ਮਾਇਨੇ ਜਾਣੋ। ਜਿਹੜਾ ਨਾਮ ਅੰਮ੍ਰਿਤ ਹੈ, ਅੰਮ੍ਰਿਤ which we actually translate in plain English nectar, ਇੱਕ ਐਸਾ ਰਸਾਤਮਕ ਪਦਾਰਥ ਜੋ ਜਿਹਦੀ ਇੱਛਾ ਬੰਦੇ 'ਚ ਮੁੱਢ ਕਦੀਮਾਂ ਤੋਂ ਰਹੀ। ਸੁਰਨਰ ਮੁਨਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਹੀ ਜੀਓ। ਕਹਿੰਦੇ ਨੇ, ਗੁਰਬਾਣੀ ਦਾ ਸ਼ਬਦ ਹੈ ਵੀ ਸੁਰ ਨਰ ਮੁਨ ਜਨ, ਪਤਾ ਨਹੀਂ ਕਦੋਂ ਦੀਆਂ ਉਡੀਕਾਂ ਬੰਦੇ 'ਚ ਰਹੀਆਂ ਨੇ ਕਿ ਮੈਨੂੰ ਅੰਮ੍ਰਿਤ ਮਿਲ ਜੇ। ਅੰਮ੍ਰਿਤ ਦਾ ਮਤਲਬ ਜਿਹੜਾ ਬਿਲਕੁਲ ਜਿਹਨੂੰ ਕਿਹਾ ਜਾਏ ਕਿ ਭਾਸ਼ਾਈ ਪੱਖ ਤੋਂ, if we try to go under the roots of this word, then we can actually understand this word by putting it in it actually two different structures. One is prefix ada and then mrit, ਉਹਦਾ ਜਿਹੜਾ ਉਹਨੂੰ ਜਿਹੜਾ ਉਹਦੀ ਟੇਲ ਫੋਲੋ ਕਰ ਰਹੇ ਨੇ ਵਰਡ ਜਿਹੜੇ ਉਸ ਰੂਪ ਦੇ 'ਚ। ਅਤੇ ਮ੍ਰਿਤ ਦਾ ਮਤਲਬ ਹੁੰਦਾ ਮ੍ਰਿਤੂ, ਮੌਤ। ਆ ਦਾ ਮਤਲਬ ਪੰਜਾਬੀ ਲੈਂਗੁਇਸਟਿਕ ਸਾਈਡ ਤੋਂ ਜਿਸ ਚੀਜ਼ ਦੇ ਅੱਗੇ ਐੜਾ ਅਗੇਤਰ ਲੱਗ ਜਾਂਦਾ ਹੈ, ਉਹ ਮੋਸਟਲੀ ਕਈ ਵਾਰੀ ਨੈਗੇਟਿਵ ਰਿਐਕਟ ਕਰਦੀ ਹੈ। ਜਿਵੇਂ ਮਰ ਜਾਣਾ, ਅਮਰ ਨਾ ਮਰਨਾ। ਮ੍ਰਿਤ ਮ੍ਰਿਤੂ ਹੋ ਜਾਣੀ, ਅੰਮ੍ਰਿਤ ਜਿਹਦੀ ਮ੍ਰਿਤੂ ਨਾ ਹੋ ਸਕੇ, ਜਿਹੜਾ ਇਸ ਵਿੱਚੋਂ ਬਾਹਰ ਆ ਜਾਏ। ਗੁਰੂ ਸਾਹਿਬ ਨੇ ਬਾਣੀ 'ਚ ਬਿਆਨ ਕੀਤਾ, ਮਹਾਰਾਜ ਕਹਿੰਦੇ ਕਿ ਬੰਦੇ ਦੀ ਇੱਛਾ ਤੇ ਮੁੱਢ ਤੋਂ ਇੱਕੋ ਹੀ ਰਹੀ ਹੈ ਕਿ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ। ਇਹ ਜਿਹੜੀ ਕਾਇਆ ਹੈ ਨਾ, ਇਹ ਕਦੀ ਮਰੇ ਨਾ। ਆਈ ਡੋਂਟ ਵਾਂਟ ਟੂ ਸੀ this structure to die at all. No. That's my wish. That structure should be as it is forever. ਇਹ ਇੱਛਾ ਬੰਦੇ ਦੇ ਜ਼ਹਿਨ ਵਿੱਚ ਬੜੀ ਡਾਢੀ ਪਈ ਹੈ। ਤੇ ਇਸ ਇੱਛਾ ਦੀ ਪੂਰਤੀ ਵਾਸਤੇ ਸਾਡੇ ਕੋਲ ਬੜੀਆਂ ਐਸੀਆਂ ਫੈਰੀ ਟੇਲਸ ਹੈਗੀਆਂ ਨੇ, ਐਪਿਕਸ ਹੈਗੇ ਨੇ, ਬੜੀਆਂ ਸਟੋਰੀਜ਼ ਹੈਗੀਆਂ ਨੇ ਲਿਟਰੇਚਰ ਦੇ ਵਿੱਚ, ਡਿਫਰੈਂਟ ਮਿਥੋਲੋਜੀ ਦੇ ਵਿੱਚ। ਉਹ ਭਾਵੇਂ ਗ੍ਰੀਕ ਹੈ, ਭਾਵੇਂ ਈਸਟਰਨ ਸਾਈਡ ਤੋਂ ਆ ਰਹੀ ਹੈ। ਕਿਤੇ ਪਤਾ ਲੱਗਦਾ ਕਿ ਸਿਕੰਦਰ ਉਹ ਝਰਨਾ ਲੱਭ ਰਿਹਾ ਹੈ ਜਿਹਨੂੰ ਆਬੇ ਹਯਾਤ ਕਿਹਾ ਜਾਂਦਾ ਸੀਗਾ, ਕਿ ਐਸਾ ਝਰਨਾ ਜਿਹਦੇ 'ਚੋਂ ਇੱਕ ਚੂਲੀ ਪੀ ਲਈ ਹੈ ਤੇ ਬੰਦੇ ਦੀ ਮੌਤ ਨਹੀਂ ਹੋਏਗੀ। ਉਹ ਇਸ ਕਿਸਮ ਦੀ ਜਿਹੜੀ ਹੈ ਚੀਜ਼। ਜਾਂ
ਕਿਤੇ ਪਰਸ਼ੀਅਨ ਲਿਟਰੇਚਰ ਦੇ ਜ਼ਮਜ਼ਮ ਦੀ ਬਾਤ ਹੋ ਰਹੀ ਹੈ, ਭਾਰਤੀ ਖਿੱਤੇ ਦੇ ਵਿੱਚ ਅੰਮ੍ਰਿਤ, ਕਿਤੇ ਅੰਮ੍ਰਿਤ ਰਸ ਆ, ਕਿਤੇ ਐਕਚੁਅਲੀ ਜਿਵੇਂ ਮਿਥਿਹਾਸਕ ਸਾਈਡ ਤੋਂ ਪੜ੍ਹੀਏ, ਵੈਸੇ ਤਾਂ ਬੜੇ ਸੋਰਸ ਨੇ, ਮੈਂ ਪਹਿਲੇ ਬੇਨਤੀ ਕੀਤੀ, ਬੜੀਆਂ ਉਹਦੀਆਂ ਫੈਰੀ ਟੇਲਸ ਬਣ ਜਾਂਦੀਆਂ ਨੇ, ਪਰ ਕਹਿੰਦੇ ਨੇ ਕਿ ਰਾਖਸ਼ ਤੇ ਦੇਵਤੇ ਇਹਨਾਂ ਦੋਨਾਂ ਨੇ ਰਲ ਕੇ ਇੱਕ ਜਿਹੜਾ ਹੈਗਾ ਜੁਆਇੰਟ ਟਾਸਕ, ਦੇ ਪਰਫਾਰਮਡ ਏ ਜੁਆਇੰਟ ਟਾਸਕ। ਦਾ ਟਾਸਕ ਵਾਜ਼, ਉਹਨਾਂ ਨੇ ਸਮੁੰਦਰ ਰਿੜਕਿਆ। ਹਾਲਾਂਕਿ ਇਹ ਸਾਰਾ ਮਿਥਿਹਾਸ ਮਿਥੀ ਗਈ ਚੀਜ਼ ਹੈ, ਰਿਐਲਿਟੀ ਦੇ ਵਿੱਚ ਤਾਂ ਐਸਾ ਕੁਛ ਨਹੀਂ ਹੈ ਇਸ ਤਰੀਕੇ ਨਾਲ, ਬਟ ਜਸਟ ਇੱਕ ਮਿਥਿਕ ਦਾਸਤਾਨ ਬਣਾਈ ਗਈ। ਤੇ ਜਦੋਂ ਸਮੁੰਦਰ ਰਿੜਕਣ ਦੀ ਬਾਤ ਆਈ ਤੇ ਅਸੀਂ ਉਹਨੂੰ ਰਿੜਕਾਂਗੇ ਕਿਵੇਂ? ਉਹਦੇ ਲਈ ਕੀਤਾ ਗਿਆ ਕਿ ਸੁਮੇਰ ਪਰਬਤ ਪੱਟ ਕੇ ਉਹਦੀ ਮਧਾਣੀ ਬਣਾ ਲਈ, ਉਹਨੂੰ ਸਮੁੰਦਰ 'ਚ ਪਾ ਲਿਆ, ਤੇ ਉਹਦੇ ਵਿੱਚ ਫਿਰ ਹੁਣ ਇਹ ਕਿ ਠੀਕ ਹੈ, ਮਧਾਣੀ ਵੀ ਮਿਲ ਗਈ, ਸਮੁੰਦਰ ਵੀ ਰਿੜਕਣ ਵਾਸਤੇ ਤਿਆਰੀ ਹੋ ਗਈ, ਦੋ ਫੋਰਸਿਸ ਵੀ ਤਿਆਰ ਹੋ ਗਈ, ਇੱਕ ਪਾਸੇ ਦੇਵਤੇ ਇੱਕ ਪਾਸੇ ਦਾਨਵ। ਇਹ ਬੜੀ ਇਹੋ ਜਿਹੀਆਂ ਸਟੋਰੀਆਂ ਬੜੀਆਂ ਗਲੈਮਰਾਈਜ਼ ਵੀ ਕਰਦੀਆਂ ਚੀਜ਼ਾਂ ਨੂੰ, ਬੰਦਾ ਇਹਨਾਂ ਚੀਜ਼ਾਂ 'ਚ ਬੜਾ ਮਿਸਮਰਾਈਜ਼ ਹੋ ਜਾਂਦਾ ਵੀ ਕਿਆ ਕਮਾਲ ਆ। ਇਹਨੂੰ ਇਹ ਮੈਟਾਫੋਰ ਦੇ ਤੌਰ ਤੇ ਯੂਜ਼ ਕਰੋ, ਉਸ ਤਰੀਕੇ ਦੇ ਡਿਫਰੈਂਟ ਗੱਲ ਆ, ਪਰ ਜਦੋਂ ਇਸ ਚੀਜ਼ ਨੂੰ ਇੱਕ ਬਿਲੀਵ ਸਿਸਟਮ ਨਾਲ ਜੋੜ ਕੇ ਬੰਦਾ ਉਸ ਪਾਸੇ ਚਲਾ ਜਾਂਦਾ, ਤੇ ਇਹ ਸਾਰਾ ਭਾਰਤੀ ਖਿੱਤੇ ਦੀ ਹਾਲਤ ਐਵੇਂ ਪੇਤਲੀ ਨਹੀਂ ਹੋਈ, ਇਹਦੇ ਪਿੱਛੇ ਸਭ ਇਹੀ ਪਿਆ ਹੈ। ਖੈਰ, I don't want to go that side. Let's actually try to stick with the main message of the Shabad. As an example, I was putting this story over here. That story was कि वो राक्षस ते देवते इकट्ठे हो गए, तो उन्होंने कहा कि ठीक है, सुमेर पर्वत विच पाता, ਜਿਹੜਾ ਹੈਗਾ ਵੱਡੀ ਚੋਟੀ, ਜਿਹੜੀ ਮਾਊਂਟੇਨ ਕਹਿ ਲਓ, ਜਿਹੜਾ ਸਭ ਤੋਂ ਵੱਡਾ, ਤੇ ਉਹ ਵਿੱਚ ਪਾ ਕੇ ਤੇ ਉਹਨਾਂ ਕਿਹਾ ਕਿ ਹੁਣ ਰਿੜਕਦੇ ਆ। ਰਿੜਕਣ ਵਾਸਤੇ ਨੇਤਰਾ ਚਾਹੀਦਾ, ਨੇਤਰਾ ਮੀਨ ਰੱਸਾ। ਸੋ ਏਡੀ ਲੰਮੀ ਰੱਸੀ ਕਿੱਥੇ ਲਿਆਵਾਂਗੇ? ਉਹਨੇ ਕਿਹਾ ਠੀਕ ਹੈ, ਸ਼ੇਸ਼ਨਾਗ ਸਭ ਤੋਂ ਵੱਡਾ ਸੱਪ ਜਿਹੜਾ ਹੈਗਾ ਉਹਦਾ ਨੇਤਰਾ ਪਾ ਲਿਆ। ਇੱਕ ਪਾਸੇ ਰਾਖਸ਼ ਲੱਗ, ਇੱਕ ਪਾਸੇ ਦੇਵਤੇ, ਇੱਕ ਵਾਰੀ ਉਹ ਖਿੱਚਦੇ ਨੇ, ਇੱਕ ਵਾਰੀ ਉਹ ਖਿੱਚਦੇ ਨੇ, ਸਮੁੰਦਰ ਰਿੜਕਣਾ ਸ਼ੁਰੂ ਕਰ ਦਿੰਦੇ ਨੇ। ਉਹਦੇ ਵਿੱਚੋਂ 14 ਰਤਨ ਨਿਕਲਦੇ ਨੇ। ਉਹ 14 ਰਤਨ ਕਲਪ ਵ੍ਰਿਕਸ਼ ਵੀ ਹੈ, ਜਿਹੜੀ ਹੈ ਇੱਕ ਜਿਹੜੀ ਉਹ ਕਪਿਲਾ ਕਾਓ ਗਊ ਜਿਹਨੂੰ ਕਹਿੰਦੇ ਨੇ, ਉਹ ਵੀ ਹੈ। ਸੋ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ। ਕਈ ਵਾਰੀ ਸਟੋਰੀ ਦੇ ਵਿੱਚ ਕੰਟਰਾਡਿਕਸ਼ਨ ਵੀ ਬੜੀ ਲੱਗਦੀ ਹੈ ਜਦੋਂ ਤੁਸੀਂ ਉਸਨੂੰ ਸਿੰਪਲ ਵੇ ਨਾਲ ਹੀ ਪੜ੍ਹਦੇ ਹੋ। ਉਹਦੇ ਵਿੱਚੋਂ ਇੱਕ ਵੈਦ ਵੀ ਨਿਕਲਦਾ, ਉਹਦਾ ਵੈਦ ਦਾ ਨਾਂ ਧੁਰੰਦਰ ਵੈਦ। ਆਮ ਪੰਜਾਬੀ 'ਚ ਤੁਹਾਨੂੰ ਪਤਾ ਹੋਏਗਾ ਵਾ ਵੱਡਾ ਧੁਰੰਦਰ ਤੇ ਵੇਖਾਂ। ਐਕਚੁਅਲੀ ਧੁਰੰਦਰ ਵੈਦ ਉੱਥੋਂ ਆਇਆ ਵੀ ਜਿਹਦੇ ਕੋਲ ਦੁਨੀਆ ਦੀ ਹਰ ਬਿਮਾਰੀ ਦਾ ਇਲਾਜ ਹੋਏਗਾ, ਸਾਰੀਆਂ ਬਿਮਾਰੀਆਂ ਐਲੀਮੀਨੇਟ ਹੋ ਜਾਣਗੀਆਂ। ਵੈਸੇ ਮਾਫੀ ਚਾਹਾਂਗਾ, ਪਰ ਜੇ ਬਿਲਾਸ ਵਾਲੀ ਗੱਲ ਕੀਤੀ ਜਾਏ ਵੀ ਜੇ ਵਾਕਿਆ 'ਚ ਹੀ ਹੁੰਦਾ ਤੇ COVID-19 ਕੈਨ ਨੋਟ ਐਗਜ਼ਿਸਟ ਐਟ ਆਲ। ਦੈਟ ਵਾਜ਼ ਵੈਰੀ ਹੈਲਪਫੁਲ ਥਿੰਗ, ਬਟ ਅਨਫੋਰਚੂਨੇਟਲੀ ਉਹ ਸਟੋਰੀ 'ਚ ਬਿਆਨ ਕੀਤਾ ਕਿ ਜਦੋਂ ਪੈਦਾ ਹੋਇਆ ਉਤਨੀ ਦੇਰ ਤੱਕ ਸੱਪ ਜਿਹੜਾ ਉਹ ਥੱਕ ਗਿਆ, ਮਤਲਬ ਇੰਨਾ ਜ਼ਿਆਦਾ ਉਹਨਾਂ ਨੇ ਜ਼ੋਰ ਲਵਾਤਾ ਉਹਦਾ ਰਿੜਕਦਿਆਂ। ਉਹ ਧੁਰੰਦਰ ਵੈਦ ਉੱਧਰੋਂ ਵਿੱਚੋਂ ਸਮੁੰਦਰ 'ਚੋਂ ਕੱਢਿਆ ਉਹਨਾਂ ਨੇ ਰਿੜਕ ਕੇ, ਤੇ ਉੱਧਰੋਂ ਸੱਪ ਥੱਕ ਗਿਆ, ਤੇ ਉਹਨੇ ਜ਼ੋਰ ਲਗਾ ਕੇ ਆਪਣੇ ਵੱਲੋਂ ਜਿਹੜਾ ਹੈਗਾ ਆਪਣਾ ਸਾਹ ਕੱਢਿਆ। ਤੇ ਤੁਹਾਨੂੰ ਸ਼ਾਇਦ ਪਤਾ ਹੈਗਾ ਪੰਜਾਬ ਦੇ ਵਿੱਚ ਸੱਪ ਦਾ ਕੱਟਣਾ ਹੁੰਦਾ ਸੀਗਾ, ਪ੍ਰੋਬਲਮ ਕ੍ਰੀਏਟ ਕਰਦਾ ਸੀ, ਪਰ ਕਈ ਵਾਰ ਕਹਿੰਦੇ ਨੇ ਸੱਪ ਨੇ ਫੂਕ ਮਾਰਤੀ ਹੈ। ਫੂਕ ਮਾਰਨ ਦੇ ਨਾਲ ਹੀ ਜ਼ਹਿਰ ਚੜ੍ਹ ਜਾਂਦਾ ਸੀਗਾ। ਉਹਦੇ ਜਿਹੜੀ ਹਵਾ ਆ, ਉਹਦਾ ਸਿਰਫ ਹਵਾ ਹੀ ਐਨਫ ਆ ਜੇ ਜ਼ਹਿਰੀਲਾ ਸੱਪ ਹੋਏ ਇੱਕ ਵੱਡੇ ਲੈਵਲ ਤੇ ਪੋਇਜ਼ਨ ਚੀਜ਼ ਨੂੰ ਕਰਨ ਵਾਸਤੇ। ਤੇ ਉਹ ਕਹਿੰਦੇ ਜਦੋਂ ਇਸ ਤਰੀਕੇ ਨਾਲ ਉਹ ਥੱਕ ਗਿਆ ਤਾਂ ਉਹਨੇ ਇੱਕਦਮ ਜ਼ੋਰ ਲਾ ਕੇ ਹਵਾ ਦਿੱਤੀ, ਜਿਹੜੀ ਹੈ ਉਹਨੇ ਐਕਸੇਲ ਕੀਤਾ, ਆਪਣਾ ਜਿਹੜਾ ਅੰਦਰਲਾ ਸਾਹ ਸੀਗਾ ਉਹ ਧੁਰੰਦਰ ਵੈਦ ਦੇ ਉੱਤੇ ਉਹਦੀ ਹਵਾ ਪੈ ਗਈ ਤੇ ਉਹਨੂੰ ਜ਼ਹਿਰ ਚੜ੍ਹ ਗਿਆ ਤੇ ਉਹ ਮਰ ਗਿਆ। ਮਤਲਬ ਇਹ ਜਿਹੜਾ ਸਾਰੀ ਦੁਨੀਆ ਦਾ ਟ੍ਰੀਟਮੈਂਟ ਕਰਨ ਲਈ ਆ ਰਿਹਾ ਸੀਗਾ, ਉਹ ਜ਼ਹਿਰ ਚੜ੍ਹਨ ਵਾਲੀ ਮੌਤ ਹੋ ਗਈ ਉਹਦੀ। ਮਤਲਬ ਕਹਾਣੀ ਆਪਣੇ ਆਪ ਵਿੱਚ ਬਹੁਤ ਸਾਰੇ ਰੰਗ ਬਿਆਨ ਕਰਦੀ। ਖੈਰ, ਲੈਟਸ ਗੋ ਦੈਟ ਲਈ ਜਿਹੜੀ ਉਹਦੀ ਅਗਲੀ ਸਾਈਡ ਹੈ, ਉਹ ਚਾਹੁੰਦਾ ਕਿ ਉਹਦੇ ਵਿੱਚੋਂ ਹੀ ਇੱਕ ਮਟਕੀ ਨਿਕਲੀ ਸੀ ਜਿਹਨੂੰ ਅੰਮ੍ਰਿਤ ਦੀ ਮਟਕੀ ਕਹਿੰਦੇ ਹੋ, ਨੈਕਟਰ। ਉਹ ਜਿਵੇਂ ਹੀ ਉਹ ਮਟਕੀ ਨਿਕਲੀ ਤੇ ਉਹਦੇ ਵਾਸਤੇ ਉਹ ਪੈਦਾ ਕਰਨ ਵਾਸਤੇ ਲੜ ਰਹੇ ਸੀਗੇ, ਉਹ ਮੰਥਨ ਕਰ ਰਹੇ ਸਾਰਾ ਕੁਛ। ਉਹ ਜਿਵੇਂ ਉਹ ਮਟਕੀ ਆਈ ਤਾਂ ਰਾਖਸ਼ ਤੇ ਜਿਹੜੇ ਨੇ ਦੇਵਤੇ ਲੜ ਪਏ ਆਪਸ ਵਿੱਚ। ਜਦੋਂ ਲੜ ਪਏ ਤਾਂ ਸਾਰੇ ਦੇ ਦਰਮਿਆਨ ਇੱਕ ਰਾਖਸ਼ ਜਿਹੜਾ ਸੀਗਾ, ਉਹ ਕਹਿੰਦੇ ਉਹ ਸਾਰੀ ਮਟਕੀ ਚੱਕ ਕੇ ਪੀ ਗਿਆ। ਉਹ ਜਿਵੇਂ ਹੀ ਉਹ ਮਟਕੀ ਉਸ ਤਰੀਕੇ ਨਾਲ ਪੀ ਗਿਆ ਸਾਰੇ ਦੀ ਸਾਰੀ, ਤੇ ਉਹ ਹੁਣ ਜਿਹੜਾ ਹੈਗਾ ਉਹ ਤੇ ਅਮਰ ਹੋ ਗਿਆ। ਹਾਲਾਂਕਿ ਉਹਦੇ 'ਚ ਕਈ ਕੰਟਰਾਡਿਕਸ਼ਨ ਹੈ, ਜਿਹਨੇ ਮਟਕੀ ਪੀ ਲਈ ਉਹ ਮਰ ਕਿਵੇਂ ਸਕਦਾ ਹੈ। ਫਿਰ ਉਹ ਕਹਿੰਦੇ ਬਾਅਦ ਦੇ 'ਚ ਉਹਦਾ ਗਲ ਵੱਢਤਾ, ਉਹ ਗਲ ਵੱਡੇ 'ਚ ਹੀ ਭੱਜਿਆ ਫਿਰਦਾ ਹੈਗਾ। ਫਿਰ ਉਹਦੇ ਮਰਨ ਦਾ ਕੋਈ ਹੋਰ ਸਟੋਰੀ ਲੱਭੇਗੀ। ਪਰ ਦੀਸ ਕਾਈਂਡ ਆਫ ਸਟੋਰੀਜ਼ ਐਕਚੁਅਲੀ ਦੇ ਆਰ
ਲੋਕਾਂ ਨੇ ਕਿਹਾ ਇਹ ਹੈ ਅੰਮ੍ਰਿਤ, ਐਸਾ ਰਸ, ਐਸਾ ਪਦਾਰਥ ਜਿਹੜਾ ਪੀ ਲਵੇ ਤੇ ਪੀਣ ਤੋਂ ਬਾਅਦ ਬੰਦਾ ਅਮਰ ਹੋ ਜਾਏ। ਇਹੋ ਜਿਹੀਆਂ ਕਹਾਣੀਆਂ ਕਥਾ ਵੀ ਮਿਲਦੀਆਂ ਨੇ, ਕਿਤੇ ਤੋਤੇ ਨੂੰ ਸੁਣਾਈ ਗਈ ਉਹ ਅਮਰ ਹੋ ਗਿਆ, ਕਿਤੇ ਗੁਰੂ ਬਾਬਾ ਜੀ ਨੇ ਇੱਥੇ ਜਿਹੜਾ ਸ਼ਬਦ ਲਿਖਿਆ, ਮਹਾਰਾਜ ਕਹਿੰਦੇ ਬੰਦੇ ਦੀ ਮੁੱਢ ਕਦੀਮੀ ਇੱਛਾ ਇੱਕ ਹੀ ਰਹੀ ਹੈ, ਅੰਮ੍ਰਿਤ ਕਾਇਆ, ਇਹ ਕਾਇਆ ਮਰੇ ਨਾ। ਤੇ ਕੱਲੀ ਮਰੇ ਹੀ ਨਾ, ਜੇ ਆਪਾਂ ਪਰਸ਼ੀਅਨ ਲਿਟਰੇਚਰ ਦੇ ਸਟੋਰੀ ਪੜ੍ਹਦੇ ਹਾਂ, ਜਦੋਂ ਕਹਿੰਦੇ ਨੇ ਅਲੈਗਜ਼ੈਂਡਰ ਦਾ ਗ੍ਰੇਟ ਜਿਹੜਾ ਸਿਕੰਦਰ ਸੀਗਾ, ਉਹ ਝਰਨਾ ਲੱਭਦਾ ਹੋਇਆ ਆਬੇ ਹਯਾਤ ਵਾਲਾ, ਉਹ ਇੱਕ ਜਗ੍ਹਾ ਤੇ ਪਹੁੰਚ ਗਿਆ, ਕਹਿੰਦੇ ਝਰਨਾ ਲੱਭ ਲਿਆ ਉਹਨੇ। ਜਿਵੇਂ ਹੀ ਉਸ ਝਰਨੇ ਦੇ ਵਿੱਚੋਂ ਉਹ ਇਸ ਤਰੀਕੇ ਦੇ ਨਾਲ ਬੁੱਕ ਭਰ ਕੇ ਪੀਣ ਲੱਗਾ ਤੇ ਉਹਨੂੰ ਆਵਾਜ਼ ਆਈ, ਨਾ ਪੀਵੀਂ। ਉਹਨੇ ਆਲੇ ਦੁਆਲੇ ਦੇਖਿਆ, ਕੋਈ ਦਿਸਦਾ ਤੇ ਹੈ ਨਹੀਂਗਾ, ਮੈਨੂੰ ਰੋਕ ਕੌਣ ਰਿਹਾ ਆ। ਉਹਨੇ ਕਿਹਾ ਛੱਡ ਪਰਾਂ। ਫਿਰ ਦੁਬਾਰਾ ਉਹਨੇ ਕਿਹਾ ਸ਼ਾਇਦ ਮੇਰਾ ਭੁਲੇਖਾ ਹੋਏਗਾ, ਮੇਰਾ ਮਨ ਬੋਲਿਆ ਹੋਏਗਾ। ਫਿਰ ਪੀਣ ਲੱਗਾ, ਫਿਰ ਕਿਹਾ ਨਾ ਪੀਵੀਂ। ਫਿਰ ਤੀਸਰੀ ਬਾਤ ਹੋਈ, ਫਿਰ ਉਹਨੇ ਦੇਖਿਆ ਨਾ ਪੀਵੀਂ। ਉਹ ਕਹਿੰਦਾ ਕੌਣ ਆ? ਉਹ ਕਹਿੰਦਾ ਥੱਲੇ ਦੇਖ। ਥੱਲੇ ਦੇਖਿਆ ਤੇ ਇੱਕ ਕਾਂ ਉਹ ਪਿਆ ਆ, ਤੇ ਉਸ ਕਾਂ ਨੂੰ, ਜਿਹੜਾ ਜਿਹਨੂੰ ਕਹਿ ਲਓ ਕਿ ਕਰੋ ਜਿਹੜਾ ਆ, ਉਸ ਨੂੰ ਜ਼ਖਮ ਹੋਏ ਨੇ, ਜ਼ਖਮਾਂ ਦੇ ਵਿੱਚੋਂ ਉਹਦੇ 'ਚੋਂ ਖੂਨ ਸਿਮ ਰਿਹਾ ਤੇ ਉਹ ਤੜਫ ਰਿਹਾ। ਤੇ ਉਹਨੂੰ ਕਹਿੰਦਾ ਵੀ ਤੂੰ ਕਿਉਂ ਰੋਕ ਰਿਹਾ ਮੈਨੂੰ? ਕਹਿੰਦਾ ਨਾ ਪੀਵੀਂ। ਕਹਿੰਦੇ ਕਿਉਂ? ਕਹਿੰਦਾ ਮੈਂ ਇੱਕ ਚੁੰਝ ਭਰ ਕੇ ਪੀ ਲਈ ਸੀ, ਮੇਰੀ ਹਾਲਤ ਦੇਖ ਕੀ ਹੈ। ਉਹ ਕਹਿੰਦਾ ਕਿਵੇਂ? ਕਹਿੰਦਾ ਹੁਣ ਗੱਲ ਇਹ ਹੈ, ਉਮਰ ਹੋ ਗਈ, ਬੜਾ ਸਮਾਂ ਪਹਿਲਾਂ ਪੀਤਾ, ਬੜਾ ਸਭ ਵਧੀਆ ਰਿਹਾ, ਹੁਣ ਉਮਰ ਹੋ ਗਈ, ਹੁਣ ਸਰੀਰ ਸਾਰੇ ਦਾ ਸਾਰਾ ਖੀਣ ਹੋ ਗਿਆ। ਜਿਹਨੂੰ ਭਗਤ ਕਬੀਰ ਜੀ ਨੇ ਕਹਿੰਦੇ, ਕਬੀਰ ਜਿਹੜਾ ਹੈਗਾ ਆ, ਇਹ ਜਿਹੜਾ ਕਬੀਰ ਬੇੜਾ ਜ਼ਰਜ਼ਰਾ ਫੂੰਟੇ 6000, ਇਹ ਸਰੀਰ ਆ, ਇਹਦੀ ਇੱਕ ਪਾਇਆ ਆ, ਇੱਕ ਲੈਵਲ ਤੱਕ ਹੀ ਰਹਿ ਸਕਦਾ ਹੈ। ਤੁਸੀਂ ਜੇ ਇਹਨੂੰ ਬੜਾ ਸੰਭਾਲ ਕੇ ਵੀ ਰੱਖੋਗੇ ਤੇ ਐਂਡ ਆਫ ਦਾ ਡੇ ਸਿਸਟਮ ਆਪਣੇ ਆਪ ਐਕਸਪਾਇਰ ਹੋਣਾ ਸ਼ੁਰੂ ਹੋ ਜਾਏਗਾ। ਕਿਡਨੀਆਂ ਫੇਲ ਹੋਣੀਆਂ ਸ਼ੁਰੂ ਹੋ ਜਾਣਗੀਆਂ, ਲਿਵਰ ਕੰਮ ਕਰਨਾ ਬੰਦ ਕਰ ਦੇਗਾ, ਹਾਰਟ ਦੀਆਂ ਆਰਟਰੀਜ਼ ਜਿਹੜੀਆਂ ਨੇ, ਹੋਰ ਬਹੁਤ ਸਾਰੇ ਇਸ਼ੂਜ਼, ਈਵਨ ਮਾਸ ਜਿਹੜਾ ਚਮੜੀ ਛੱਡਣੀ ਸ਼ੁਰੂ ਕਰ ਦੇਗਾ। ਸੋ ਇਹ ਬੰਦਾ ਇਹ ਤੇ ਹੈ ਨਹੀਂਗਾ ਕਿ ਅਲਟੀਮੇਟਲੀ ਸਦਾ ਰਹੇਗਾ। ਜੇ ਇਹੋ ਜਿਹੀ ਬਾਤ ਹੁੰਦੀ ਤੇ ਪਿੱਛੋਂ ਲੋਕ ਤੁਰੇ ਆਉਂਦੇ। ਇਹ ਤੇ ਮਦਰ ਨੇਚਰ ਦਾ ਲਾ ਆ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਪੈਦਾ ਹੋਇਆ ਹੀ ਇਸ ਕਰਕੇ ਮਰੇਗਾ ਇੱਕ ਦਿਨ, ਮਰਨਾ ਜ਼ਰੂਰੀ ਹੈ, ਲਾਜ਼ਮੀ ਜਾਣਾ ਆ। ਉਹਨੇ ਕਿਹਾ ਨਾ ਪੀਵੀਂ, ਹੁਣ ਸਿਸਟਮ ਫੇਲ ਹੋ ਗਿਆ, ਜ਼ਖਮ ਹੋ ਗਏ ਨੇ, ਦੇਖ ਇਹ ਜ਼ਖਮ ਹੀਲ ਨਹੀਂ ਹੁੰਦੇ, ਕੁਛ ਨਹੀਂ ਹੁੰਦਾ, ਪਰ ਜਾਨ ਨਹੀਂ ਨਿਕਲਦੀ, ਬੜਾ ਔਖਾ ਆ, ਤੰਗ ਹੋਏਗਾ। ਐਕਚੁਅਲੀ ਇਹ ਵੀ ਸਟੋਰੀ ਕੁਝ ਬਿਆਨ ਕਰਦੀ ਹੈ, ਇਹ ਵੀ ਸਟੋਰੀ ਦੱਸਦੀ ਹੈ ਉਹ ਬੰਦੇ ਲਮੇਰੇ ਜੀਵਨ ਦੀਆਂ ਇੱਛਾ ਤੇ ਰੱਖਦਾ, ਪਰ ਕਾਹਦੇ ਵਾਸਤੇ? ਜੇ ਜੁਗ ਚਾਰੇ ਆਰਜ਼ਾ ਹੋਰ ਦਸੂਣੀ ਹੋਏ, ਹੋ ਜੇ ਇੰਨੀ ਕੁ ਉਮਰ ਹੋ ਜੇ ਕਿ ਬੰਦੇ ਦੀ ਯੁਗਾਂ ਦੀ ਉਮਰ ਹੋ ਜਾਏ, ਮਤਲਬ ਉਮਰਾਂ ਦੀ ਉਮਰ, ਬੰਦਾ ਸਾਲਾਂ ਦੇ ਸਾਲ ਭੋਗ ਲੇ, ਪਰ ਐਂਡ ਆਫ ਦਾ ਡੇ ਕਰਨਾ ਕੀ ਹੈ ਤੂੰ? ਬੰਦੇ ਕੋਲ ਇੱਕ ਦਿਨ ਮਿਲਦਾ ਹੈ, ਜੇ ਤੁਸੀਂ ਸਹੀ ਰੂਪ ਵਿੱਚ ਦੇਖੋ ਨਾ, ਦੁਨੀਆ ਦਾ ਜਿਹੜਾ ਬੜਾ ਵਾਈਜ਼ ਲਿਟਰੇਚਰ ਆ ਤੇ ਗੁਰਬਾਣੀ ਦੀ ਤੇ ਅਰਸ਼ੀ ਗੱਲ ਹੈ, ਸਾਰਾ ਦਿਨ ਤੁਸੀਂ 8, 10, 12 ਘੰਟੇ ਆਪਣੀ ਜਿਹੜਾ ਹੈ ਐਕਟਿਵਲੀ ਪਰਫਾਰਮ ਕਰਦੇ ਹੋ, ਕੰਮਕਾਰ ਕਰਦੇ ਹੋ। ਸਰੀਰ ਦੀ ਕਪਾਇਆ ਉਹ ਥੱਕ ਜਾਂਦਾ, ਉਹ ਕਹਿੰਦਾ ਬਸ ਐਨਫ, ਨਾਓ ਆਈ ਨੀਡ ਰੈਸਟ। ਜਦੋਂ ਬੰਦਾ ਸੌਣ ਲੱਗਦਾ ਹੈ, ਸਾਡੇ ਤੇ ਕੋਡ ਆਫ ਕੰਡਕਟ ਵਿੱਚ, ਸਾਡੀ ਤੇ ਰਹਿਣੀ ਰਹਿਤ 'ਚ ਪਾਇਆ ਗਿਆ, ਬਿਸਤਰੇ ਤੇ ਸੌਣ ਤੋਂ ਪਹਿਲਾਂ ਚੌਂਕੜਾ ਲਾ ਕੇ ਸੋਹਿਲਾ ਸਾਹਿਬ ਪੜ੍ਹ ਲੈ। ਇਹਦਾ ਮਾਇਨਾ ਕੀ ਹੈ? ਇੱਕ ਛੋਟੀ ਮੌਤ ਮਰਨ ਲੱਗਾ ਹੈ, ਬਸ ਅਹਿਸਾਸ ਕਰ ਜੋ ਕੁਝ ਕਰਨਾ ਸੀ ਅੱਜ ਕਰ ਲਿਆ, ਹੁਣ ਵਾਕਿਆ 'ਚ ਗੁੱਡ ਨਾਈਟ, ਬਿਲਕੁਲ ਚੰਗੇਰੀ ਰਾਤ ਵਿੱਚ ਜਾ ਰਿਹਾ ਮੈਂ, ਛੋਟੀ ਮੌਤ ਜੀਣ ਲੱਗਾ ਹੁਣ ਮੈਂ, ਇੱਕ ਉਹਨੂੰ ਵਿੱਚ ਮਾਨਣ ਲੱਗਾ। ਸਵੇਰੇ ਅੱਖਾਂ ਖੁੱਲੀਆਂ, ਸ਼ੁਕਰ ਹੋਏਗਾ, ਪਰ ਐਂਡ ਆਫ ਦਾ ਡੇ ਐਕਚੁਅਲ ਲੈਵਲ ਤੇ ਇਹ ਇੱਕ ਛੋਟੀ ਮੌਤ ਆ। ਮੌਤ ਜਿਸ ਦਿਨ ਉਹ ਆਏਗੀ, ਦਾਨੇ ਲੋਕਾਂ ਨੇ ਕਿਹਾ ਉਹ ਇੱਕ ਲੰਬੀ ਨੀਂਦ ਹੈ, ਉਹਨੂੰ ਇਸ ਤਰ੍ਹਾਂ ਜੀ, ਇੱਕ ਲੰਮੇਰੀ ਨੀਂਦ ਜਾਣਾ ਹੈ ਰੈਸਟ ਵਿੱਚ। ਇਸ ਅਹਿਸਾਸ ਵਿੱਚ ਬੰਦਾ ਹਰ ਰੋਜ਼ ਅਹਿਸਾਸੇ ਕਿ ਅੱਜ ਦਿਨ ਮਿਲਿਆ ਸੀਗਾ, ਜੋ ਕੀਤਾ ਉਹਨੂੰ ਐਨਾਲਿਸਿਸ ਕਰੇ ਤੇ ਉਹਦੇ ਮੁਤਾਬਕ ਰਾਤ ਨੂੰ ਅੱਖਾਂ ਬੰਦ ਕਰਕੇ ਸੋ ਜਾਏ। ਇੱਕ ਦਿਨ ਧਰਤੀ ਤੋਂ ਐਵੇਂ ਵਿਦਾ ਹੋਣਾ ਸੀ। ਇਸ ਅਹਿਸਾਸ ਨੂੰ ਸੁਰਤ ਵਿੱਚ ਪਾ। ਜੇ ਅਹਿਸਾਸ ਰਹੇਗਾ ਫਿਰ ਨਾ ਤੇ ਮੌਤ ਤੋਂ ਡਰ ਲੱਗੇਗਾ ਤੇ ਨਾ ਹੀ ਬੰਦਾ ਇਹ ਹੈ ਕਿ ਜੀਵਨ ਤੋਂ ਬਿਲਕੁਲ ਪੈਸਿਵ ਹੋ ਜਾਏਗਾ। ਸਮਾਂ ਮਿਲਿਆ, ਕੁਝ ਕਰਨ ਵਾਸਤੇ ਮਿਲਿਆ, ਉਹ ਕਰਾਂ ਜਿਹੜਾ ਵਾਜਬ ਹੈ, ਐਪਰੋਪਰੀਏਟ ਆ,
ਐਥੀਕਲੀ, ਪ੍ਰਿੰਸੀਪਲੀ, ਸਪਿਰਿਚੁਅਲੀ, ਰਿਲੀਜੀਅਸਲੀ, ਇਸ ਤਰੀਕੇ ਦੇ ਨਾਲ ਇਹੀ ਧਾਰਮਿਕ ਤੌਰ ਤੇ ਸਾਨੂੰ ਗੁਰੂ ਮਹਾਰਾਜ ਅਵੇਅਰ ਕਰਦੇ ਨੇ ਤੇ ਬਾਬਤ। ਬਾਕੀ ਬਾਤ ਆ ਬੰਦਾ ਇਹ ਖਾਸ਼ ਰੱਖੇ, ਨਹੀਂ ਨਹੀਂ ਮੈਂ ਸਦਾ ਇਸ ਧਰਤੀ ਤੇ ਰਵਾਂਗਾ ਹਮੇਸ਼ਾ। ਹਮੇਸ਼ਾ ਤੇ ਤੁਸੀਂ ਜਾਗਦੇ ਨਹੀਂ ਰਹਿ ਸਕਦੇ, ਹਮੇਸ਼ਾ ਤੇ ਤੁਸੀਂ ਆਪਣੇ ਆਪ ਨੂੰ ਐਕਟਿਵ ਨਹੀਂ ਰੱਖ ਸਕਦੇ, ਹਮੇਸ਼ਾ ਤੇ ਉਸ ਲੈਵਲ ਦੀ ਸੋਚ ਸਮਝ ਨਾਲ ਨਹੀਂ ਜੀ ਸਕਦੇ ਜਿਹੜੀ ਕਿਤੇ ਇੱਕ ਐਨਰਜੀ ਦਾ ਲੈਵਲ ਆਉਂਦਾ। ਹੌਲੀ ਹੌਲੀ ਆਪਣੇ ਆਪ ਚੀਜ਼ਾਂ ਡਿਪਰੀਵ ਹੋ ਜਾਂਦੀਆਂ ਨੇ। ਪੀਪਲ ਐਕਚੁਅਲੀ ਟੋਟਲੀ ਗੋ ਦੈਟ ਸਾਈਡ ਵੇਅਰ ਦੇ ਥਿੰਕ ਐਨਫ ਇਜ਼ ਐਨਫ, ਬਹੁਤ ਹੋ ਗਿਆ। ਤੇ ਕਈ ਵਾਰ ਲੋਕ ਲਿਟਰਲੀ ਤੌਰ ਤੇ ਵੀ ਕਹਿ ਦਿੰਦੇ ਨੇ, ਤੁਹਾਨੂੰ ਅਹਿਸਾਸ ਹੋਏਗਾ ਇੱਕ ਸਮਾਂ ਹੁੰਦਾ ਬੰਦਾ ਕਹਿੰਦਾ ਭਾਈ ਸ਼ੁਕਰ ਹੈ ਬੜਾ ਜੀਵਨ ਨਾ ਮਾਣਿਆ, ਹੁਣ ਚਲੇ ਵੀ ਜਾਈਏ ਕੋਈ ਅਫਸੋਸ ਨਹੀਂ, ਜਿਵੇਂ ਮਾਲਕ ਤਰਸ ਕਰੇ। ਜਿਹੜਾ ਇਹ ਅਹਿਸਾਸ ਹੈ ਇਹ ਬੰਦੇ 'ਚ ਆ ਜਾਣਾ ਚਾਹੀਦਾ ਹੈਗਾ। ਇਹਨੂੰ ਡਿਟੈਚਮੈਂਟ ਕਹਿੰਦੇ ਹਾਂ ਅਸੀਂ। ਸੰਸਾਰ ਦੇ ਨਾਲ ਰਹਿੰਦਿਆਂ ਇੱਕ ਲੈਵਲ ਤੇ ਜਾ ਕੇ ਬੰਦਾ ਇੱਕ ਬੈਰਾਗ 'ਚ ਆ ਜਾਏ। ਬਚਨ ਆਇਆ ਮਹਾਰਾਜ ਕਹਿੰਦੇ ਵੈਸੇ ਮੋਸਟਲੀ ਇੱਛਾ ਸਾਡੀ ਨਹੀਂ ਹੁੰਦੀ, ਸਾਡੀ ਇੱਛਾ ਇਹ ਹੁੰਦੀ ਅੰਮ੍ਰਿਤ ਕਾਇਆ, ਇਹ ਤੇ ਕਾਇਆ ਮਰੇ ਨਾ, ਮੈਨੂੰ ਕਦੀ ਵੀ ਮੌਤ ਦਾ ਸਾਹਮਣਾ ਨਾ ਕਰਨਾ ਪਏ। ਫਿਰ ਅੰਮ੍ਰਿਤ ਕਾਇਆ ਰਹਿ ਸੁਖਾਲੀ, ਇਹ ਰਹੇ ਵੀ ਸੁਖਾਲੀ, ਇਹਨੂੰ ਕੋਈ ਬਿਮਾਰੀ ਵੀ ਨਾ ਲੱਗੇ। ਇਹ ਨਹੀਂ ਕਿ ਮੈਂ ਜਿਉਂਦਾ ਵੀ ਰਵਾਂ ਤੇ ਬਿਮਾਰੀਆਂ ਲੱਗੀਆਂ ਨੇ, ਮੇਰਾ ਐਕਚੁਅਲੀ ਤਾਪ ਸੰਤਾਪ ਹੰਡਾਣਾ ਪੈ ਰਿਹਾ, ਔਰਗਨ ਫੇਲੀਅਰ ਹੋ ਗਏ ਨੇ ਕੁਛ। ਨੋ ਆਈ ਡੋਂਟ ਵਾਂਟ ਟੂ ਗੋ ਵਿਦ ਦੈਟ। ਇਹ ਰੱਬ ਜੀ ਐਸਾ ਤਰਸ ਕਰ ਮੇਰੇ ਤੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਅੰਮ੍ਰਿਤ ਕਾਇਆ ਮਰੇ ਨਾ ਰਹੇ ਵੀ ਸੁਖਾਲੀ। ਪਰ ਬਾਬਾ ਜੀ ਕਹਿੰਦੇ ਕਿੱਡੀ ਕਮਾਲ ਦੀ ਗੱਲ ਹੈ, ਬੰਦਾ ਇਹ ਨਹੀਂ ਦੇਖ ਰਿਹਾ ਬਾਜੀ ਇਹ ਸੰਸਾਰੋ, ਇਹ ਸੰਸਾਰ ਬਾਜੀ ਹੈ। ਬਾਜੀ ਜਿਹਨੂੰ ਕਹਿੰਦੇ ਨੇ ਗੈਂਬਲਿੰਗ। ਤੁਸੀਂ ਇਹ ਅਹਿਸਾਸ ਕਰੋ ਜਿਹੜੀ ਗੈਂਬਲਿੰਗ ਹੁੰਦੀ ਹੈ ਨਾ, ਕਦੀ ਵੀ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਗੈਂਬਲਰ ਜਿਹੜਾ ਜੁਆਰੀ ਜਿਹੜਾ ਉਹ ਕਦੀ ਜਿੱਤ ਕੇ ਘਰ ਨਹੀਂ ਆਉਂਦਾ, ਹਾਰ ਕੇ ਆਉਂਦਾ। ਹਾਰ ਇਜ਼ ਅਨਅਵੋਇਡੇਬਲ, ਇਹਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ। ਜੁਆਰੀ ਅੱਜ ਵੀ ਹਾਰੇਗਾ, ਕੱਲ ਵੀ ਹਾਰੇਗਾ, ਜਿੰਨਾ ਮਰਜੀ ਜਿੱਤ ਜਾਏ, ਜੋ ਮਰਜੀ ਬਣਾ ਲੇ, ਐਂਡ ਆਫ ਦਾ ਡੇ ਚੱਲੇ ਜੁਆਰੀ ਦੋਏ ਕਰਝਾਰ। ਜੁਆਰੀ ਦੋਵੇਂ ਹੱਥ ਝਾੜ ਕੇ ਘਰੋਂ ਨਿਕਲਦੇ ਨੇ। ਇਹ ਬਾਜੀ ਹੈ ਸੰਸਾਰੋ। ਅਲਟੀਮੇਟਲੀ ਇਹ ਗੈਂਬਲ ਆ, ਅਸੀਂ ਹਾਰ ਜਾਣਾ ਇਹਦੇ 'ਚ। ਇੱਕ ਦਿਨ ਇਹ ਕਾਇਆ ਨਹੀਂ ਰਹੇਗੀ। ਗੁਰੂ ਬਾਬਾ ਜੀ ਨੇ ਕਿਹਾ ਫਿਰ ਇਹੋ ਜਿਹੇ ਅੰਮ੍ਰਿਤ ਦੀ ਇੱਛਾ ਨਾ ਤੇ ਪੂਰੀ ਹੋ ਸਕਦੀ ਹੈ, ਨਾ ਇਹਨੂੰ ਪ੍ਰਾਪਤ ਕੀਤਾ ਜਾ ਸਕਦਾ। ਹਾਂ, ਜਿਹੜਾ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਦੱਸਿਆ ਸਮਝਾਇਆ, ਉਹਦੇ ਬਾਬਤ ਬੜੇ ਸ਼ਬਦ ਨੇ ਸਾਡੇ ਕੋਲ। ਸਾਡੀ ਤੇ ਖੰਡੇ ਬਾਟੇ ਦੀ ਪਹੁਲ ਜਿਹੜੀ ਲੈਂਦੇ ਹਾਂ ਅਸੀਂ, ਉਹਨੂੰ ਅਸੀਂ ਅੰਮ੍ਰਿਤ ਛਕਣਾ ਕਹਿੰਦੇ ਹਾਂ। ਐਕਚੁਅਲ ਲੈਵਲ ਤੇ ਖੰਡੇ ਬਾਟੇ ਦੀ ਪਹੁਲ ਹੈ, ਬਾਟਾ ਹੈ ਤੇ ਖੰਡਾ ਹੈ, ਤੇ ਉਹਦੇ ਵਿੱਚ ਪਤਾਸ਼ੇ ਪਾ ਕੇ ਬਾਣੀ ਪੜ੍ਹੀ ਜਾਂਦੀ ਹੈ। ਤੇ ਫਿਰ ਪੰਜਾਂ ਦੇ ਜ਼ਰੀਏ ਇੱਕ ਅਹਿਦਨਾਮਾ ਆ, ਇੱਕ ਨਿਮਾਵਲੀ, ਉਸ ਨਿਮਾਵਲੀ ਦੇ ਤਹਿਤ ਅਸੀਂ ਆਪਣੀ ਖਾਲਸਾ ਕਮਿਊਨਿਟੀ ਦੇ ਮੈਂਬਰਸ਼ਿਪ ਜਿਹੜੀ ਹੈ ਉਹਨੂੰ ਅਵੇਲ ਕਰਦੇ ਹਾਂ, ਉਹਨੂੰ ਪ੍ਰਾਪਤ ਕਰਦੇ ਹਾਂ ਅਸੀਂ। ਉਸ ਤੋਂ ਬਾਅਦ ਸਾਡੀ ਲਾਈਫ ਜਿਹੜੀ ਹੈ ਉਹ ਕਮਿਊਨਿਟੀ ਨੂੰ ਡੈਡੀਕੇਟਡ ਹੁੰਦੀ ਹੈ। ਅਸੀਂ ਐਲਾਨ ਕਰਨੇ ਆ ਕਿ ਅੱਜ ਤੋਂ ਮੈਂ ਐਲਾਨੀਆਂ ਇਸ ਜੀਵਨ ਜਾਚ ਨੂੰ ਅਪਣਾਉਣ ਲੱਗਾ। ਇਹ ਕਿਸ ਲੈਵਲ ਦੀ ਬਾਤ ਆ। ਜਿਹੜਾ ਅੰਮ੍ਰਿਤ ਦਾ ਕਨਸੈਪਟ ਆ ਉਹ ਇਹ ਹੈ ਕਿ ਹਰ ਰੋਜ਼ ਉਹੋ ਜਿਹਾ ਜੀਵਨ ਜੀ ਕੇ ਉਸ ਸੋਚ ਵਿਚਾਰ ਰਾਏ ਨੂੰ ਧਾਰਨ ਕਰਕੇ ਉਸ ਆਤਮਿਕ ਸੁਖ ਨੂੰ ਮਾਨਣਾ, ਇਹ ਅੰਮ੍ਰਿਤ ਹੈ। ਗੁਰੂ ਮਹਾਰਾਜ ਨੇ ਬਾਣੀ 'ਚ ਬਿਆਨ ਕੀਤਾ, ਨਾਨਕ ਅੰਮ੍ਰਿਤ ਏਕ ਹੈ, ਇੱਕ ਅੰਮ੍ਰਿਤ ਹੈ, ਦੂਜਾ ਅੰਮ੍ਰਿਤ ਨਾ ਹੈ, ਕੋਈ ਹੋਰ ਦੀ ਰਿਪਲੇਸਮੈਂਟ ਨਹੀਂ ਹੈ। ਤੇ ਉਹ ਰਿਪਲੇਸਮੈਂਟ ਕਿਉਂ ਨਹੀਂ ਹੈ? ਕਿਉਂਕਿ ਉਹ ਜਿਹੜਾ ਅੰਮ੍ਰਿਤ ਆ, ਨਾਨਕ ਅੰਮ੍ਰਿਤ ਮਨ ਹੈ ਮਾਂ ਹੈ, ਉਹ ਤੇਰੇ ਅੰਦਰ ਹੀ ਪਿਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਖੂਹ ਭਰਿਆ ਪਿਆ। ਸ਼ਬਦ ਹੈ ਕਾਢ ਪੀਐ ਪਨਿਹਾਰੀ, ਜਿਸ ਪਨਿਹਾਰੀ ਨੇ ਪੀਣਾ ਹੈ ਉਹਨੂੰ ਸ਼ਬਦ ਦੀ ਲੱਜ ਚਲਾਣੀ ਆਉਣੀ ਚਾਹੀਦੀ ਹੈ। ਲੱਜ ਇਜ਼ ਅ ਪੰਜਾਬੀ ਵਰਡ ਵਿਚ ਇਜ਼ ਜਿਹੜੀ ਰੱਸੀ ਹੁੰਦੀ ਹੈ, ਜਿਸ ਤਰੀਕੇ ਨਾਲ ਲੀਸ਼ ਹੁੰਦੀ ਹੈ ਕੋਈ ਰੱਸੀ ਵਗੈਰਾ, ਤੇ ਉਹ ਰੱਸੀ ਦੇ ਨਾਲ ਇੱਕ ਬਰਤਨ ਵੱਜਾ ਹੁੰਦਾ ਹੈ, ਬਾਲਟੀ ਕਹਿ ਲਓ, ਬਕਟ ਕਹਿ ਲਓ। ਉਹ ਬਕਟ ਤੇ ਜਿਹੜੀ ਰੱਸੀ ਹੈ, ਤੇ ਇਕੱਲੀ ਬਕਟ ਤੇ ਰੱਸੀ ਹੋਣੀ ਨਹੀਂ ਚਾਹੀਦੀ, ਉਹ ਚਲਾਣੀ ਵੀ ਆਉਣੀ ਚਾਹੀਦੀ ਹੈ, ਖੂਹ ਚੋਂ ਪਾਣੀ ਖਿੱਚਣਾ। ਇਟਸ ਏ ਟੋਟਲੀ ਆਰਟ, ਇੱਕ ਐਕਟ ਆ ਪੂਰਾ ਦਾ ਪੂਰਾ, ਜਿਹੜਾ ਸਿੱਖਣਾ ਪੈਂਦਾ ਹੈ। ਜਿਸ ਬੰਦੇ ਨੂੰ ਖੂਹ ਦੇ ਵਿੱਚੋਂ ਪਾਣੀ ਕੱਢਣਾ ਆ ਜਾ, ਅਦਰਵਾਈਜ਼ ਜਿਹੜਾ ਬੰਦੇ ਨੇ ਕਦੇ ਖੂਹ ਚੋਂ ਪਾਣੀ ਨਹੀਂ ਕੱਢਿਆ, ਉਹਨੂੰ ਪਾਣੀ ਕੱਢਣ ਲਈ ਭੇਜ ਦਿਓ, ਤੇ ਡਰ ਜਾਏਗਾ, ਦੂਰ ਰਹੇਗਾ। ਜੇ ਕੱਢਣ ਦੀ ਟਰਾਈ ਵੀ ਕਰੇਗਾ ਤਾਂ ਵਿੱਚ ਡਿੱਗ ਸਕਦਾ, ਡਰਿਆ, ਕਿਉਂਕਿ ਬੜੇ ਲੋਕ ਡਰ ਇਸ ਤਰੀਕੇ ਡਿੱਗ ਜਾਂਦੇ। ਸੋ ਅਲਟੀਮੇਟਲੀ ਇਹ ਜਿਹੜਾ ਪਾਣੀ ਕੱਢ ਕੇ ਪੀਣਾ, ਅੰਮ੍ਰਿਤ ਰਸ ਨੂੰ ਮਾਨਣਾ। ਤੁਸੀਂ ਦੇਖੋਗੇ ਸਪਿਰਿਚੁਅਲਿਟੀ ਲੋਕਾਂ ਵਾਸਤੇ ਇੱਕ ਬੜੀ ਵੱਡੀ ਪਹੇਲੀ ਵੀ ਹੈ, ਇੱਕ ਬੜੀ ਮਿਸਟਿਕ ਲੋਕੀ ਕਹਿੰਦੇ ਨੇ, ਬੜੀ ਰਹੱਸਵਾਦੀ ਚੀਜ਼ ਆ। ਤੇ ਉਹਦੀ ਰਹੱਸਤਾ ਨੂੰ ਮੰਨਣ ਗਏ ਲੋਕ ਕਈ ਵਾਰੀ ਲੋਸਟ ਵੀ ਹੋ ਗਏ।
ਤੁਹਾਨੂੰ ਇਹੋ ਜਿਹੇ ਬੜੇ ਲੋਕ ਮਿਲ ਜਾਣਗੇ ਜਿਹੜੇ ਧਰਮ ਦੇ ਰਾਹ 'ਤੇ ਤੁਰੇ, ਕਿਤੇ ਪਹੁੰਚਣਾ ਕਿਤੇ ਸੀ, ਪਹੁੰਚ ਕਿਤੇ ਹੋਰ ਗਏ। ਕਈ ਵਾਰ ਲੋਕਾਂ ਨੇ ਕਿਹਾ ਇਹਦੇ ਨਾਲੋਂ ਚੰਗਾ ਨਹੀਂ ਸੀ ਘਰ ਗ੍ਰਸਤੀ 'ਚ ਰਹਿੰਦਾ, ਆਪਣਾ ਪਰਿਵਾਰ ਪਾਲਦਾ, ਸੰਸਾਰ ਮਾਣਦਾ। ਇਹ ਬੈਰਾਗੀ ਹੋ ਕੇ ਨਹੀਂ ਖਟਿਆ, ਇਸ ਪਾਸੇ ਜਾ ਕੇ ਨਹੀਂ। ਭਾਵ ਉਹ ਖੂਹ ਨੂੰ ਐਕਚੁਅਲ ਲੈਵਲ 'ਤੇ ਜਿਹੜਾ ਉਹਨੂੰ ਚਲਾਣਾ, ਉਹ 'ਚੋਂ ਕੱਢ ਕੇ ਪੀਣਾ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ, ਸ਼ਬਦ ਦੀ ਲੱਜ ਚਲਾਏ, ਉਹਦੇ ਸਦਕਾ ਉਹਦੇ ਨਾਲ ਉਹ ਅੰਮ੍ਰਿਤ ਪੀਣ ਦੀ ਜਾਚ ਆ ਸਕਦੀ ਹੈ। ਬਾਕੀ ਜਿਹੜੀ ਅੰਮ੍ਰਿਤ ਇਸ ਸਟੇਟ ਆਫ ਮਾਈਂਡ ਟੂ, ਇੱਕ ਆਤਮਕ ਦਸ਼ਾ ਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਪੀ ਅੰਮ੍ਰਿਤ ਆਘਾਨਿਆ। ਜਦੋਂ ਪੀ ਲੈਂਦਾ ਨਾ, ਉਸ ਸਟੇਟ ਆਫ ਮਾਈਂਡ ਨੂੰ ਬੰਦਾ ਅਟੇਨ ਕਰ ਲੈਂਦਾ ਹੈਗਾ, ਆਘਾਨਿਆ, ਆਘਾ ਜਾਂਦਾ ਹੈ। ਉਸ ਤੋਂ ਬਾਅਦ ਜ਼ਿੰਦਗੀ ਦੀ ਕੋਈ ਹੋਰ ਖਾਹਸ਼, ਲੋੜ, ਹਰ ਚੀਜ਼ ਛੋਟੀ ਹੋ ਜਾਂਦੀ ਹੈ। ਬੰਦਾ ਇੱਕ ਹਾਇਰ ਲੈਵਲ ਨੂੰ ਇੰਜੋਏ ਕਰਦਾ ਹੈਗਾ। ਇਹਨੂੰ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਵਾਰ ਬਿਆਨ ਕੀਤਾ। ਬਾਕੀ ਹੈ ਅੰਮ੍ਰਿਤ ਬਾਣੀ ਨੂੰ ਵੀ ਕਿਹਾ ਗਿਆ ਹੈਗਾ। ਹੋਰ ਬਹੁਤ ਸਾਰੇ ਰੰਗ ਨੇ ਇਹਦੇ, ਮੈਟਾਫੋਰਿਕ ਵੇ ਨਾਲ ਵੀ ਬਾਤ ਕੀਤੀ ਗਈ ਹੈ। ਇਹਨੂੰ ਐਜ਼ ਏ ਐਡਜੈਕਟਿਵ ਵੀ ਬਿਆਨ ਕੀਤਾ ਗਿਆ ਹੈ। ਇੱਥੇ ਗੁਰੂ ਬਾਬਾ ਜੀ ਨੇ, ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਬਾਤ ਕੀਤੀ ਹੈ ਸ਼ਬਦ ਦੇ ਵਿੱਚ, ਕਹਿੰਦੇ ਨੇ ਕਿ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਇਹੋ ਜਿਹਾ ਨਾਮ ਜਿਹੜਾ ਤੁਹਾਨੂੰ ਆਤਮਿਕ ਤੌਰ 'ਤੇ ਸਰਬੁਲੰਦ ਕਰੇ, ਆਤਮਿਕ ਤੌਰ 'ਤੇ ਤੁਹਾਨੂੰ ਰਸ ਦੇਵੇ, ਐਜੂਕੇਟ ਕਰੇ, ਤੁਹਾਨੂੰ ਜੀਵਨ ਦੀ ਅਸਲ ਸੋਝੀ ਦੇਵੇ। ਹੁਣ ਨਾਮ ਆ, ਐਨੀ ਕਾਈਂਡ ਆਫ ਵਰਡ ਐਨੀਬਡੀ ਕੈਨ ਚੈਂਟ ਐਂਡ ਦੇ ਕੈਨ ਕਲੇਮ ਦਿਸ ਇਜ਼ ਨਾਮ ਰੱਬ ਦਾ। ਕੋਈ ਵੀ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਗੋਡ ਗੋਡ, ਐਨੀ ਕਾਈਂਡ ਆਫ ਨੇਮ ਲੋਕੀ ਨਾਮ ਦੇ ਤੌਰ 'ਤੇ ਨੂੰ ਲੈ ਸਕਦੇ ਨੇ। ਪਰ ਗੱਲ ਇਹ ਹੈ, ਜਿਹੜਾ ਉਹ ਵਰਡ, ਜਿਹੜਾ ਉਹ ਖਾਸ ਕਰਕੇ ਲਫ਼ਜ਼ ਆ, ਉਹਦੇ ਪਿੱਛੇ ਇੱਕ ਪੂਰੇ ਦਾ ਪੂਰਾ ਤਸੱਵੁਰ ਆ, ਇੱਕ ਪੂਰੀ ਦੀ ਪੂਰੀ ਇੱਕ ਆਈਡੀਓਲੋਜੀ ਹੈ, ਸਿੱਖਿਆ ਆ, ਜਾਚ ਆ, ਇੱਕ ਸਕੂਲ ਆਫ ਥਾਟ ਖੜਾ ਉਹਦੇ ਪਿੱਛੇ। ਜੇ ਬੰਦਾ ਉਸ ਸਕੂਲ ਆਫ ਥਾਟ ਨੂੰ ਅਡਾਪਟ ਨਹੀਂ ਕਰ ਰਿਹਾ, ਉਹਨੂੰ ਧਾਰਨ ਨਹੀਂ ਕਰ ਰਿਹਾ, ਥੋੜ੍ਹੀ ਦੇਰ ਲਈ ਤੁਹਾਨੂੰ ਧੁਨ ਅਭਿਆਸ ਤੇ ਹੋਏਗਾ, ਧਿਆਨ ਤੇ ਜਾਏਗਾ ਤੁਹਾਡਾ ਕਿਸੇ ਚੰਗੇ ਪਾਸੇ, ਤੁਸੀਂ ਧਿਆਨ ਕੇਂਦਰਿਤ ਹੋ ਜਾਓਗੇ, ਇਕਾਗਰ ਹੋਵੋਗੇ, ਸਭ ਚੀਜ਼ਾਂ ਹੋਣਗੀਆਂ। ਪਰ ਆਖਰਕਾਰ ਕਰਨਾ ਕੀ ਹੈ? ਬੰਦੇ ਨੂੰ ਇਹ ਪਤਾ ਹੋਏ ਗੁੱਸਾ ਹੈ, ਵਾਸ਼ਨਾ ਹੈ, ਈਰਖਾ ਦੁਆਖ ਦੀਆਂ ਫੀਲਿੰਗਸ ਨੇ, ਅੰਦਰ ਡਰ ਆ, ਅੰਦਰ ਲਾਲਚ ਆ, ਅੰਦਰ ਅਨਲਿਮਿਟਿਡ ਅਟੈਚਮੈਂਟ ਆ ਟੂਵਰਡ ਦਿਸ ਮਟੀਰੀਅਲਿਸਟਿਕ ਵਰਲਡ, ਬਹੁਤ ਕੁਛ ਆ। ਇਸ ਸਾਰੇ ਨੂੰ ਕਿਵੇਂ ਕੰਮ ਕਰਨਾ ਹੈ? ਮੈਂ ਦੇਖੋ, ਇਹ ਸਾਰੀਆਂ ਫੋਰਸਸ ਨੇ, ਐਨਰਜੀ ਹੈ ਸਾਰੇ ਦੀ ਸਾਰੀ, ਇਹ ਡਰਾਈਵ ਕਰਦੀ ਹੈ ਸਾਨੂੰ। ਪਰ ਇਹ ਡਰਾਈਵ ਕਰਦੀ ਹੋਈ ਸਾਨੂੰ ਕੰਟਰੋਲ ਕਰ ਲਵੇ। ਬੰਦੇ ਨੂੰ ਲਾਲਚ ਚਲਾਉਂਦਾ ਹੈ। ਬੱਚੇ ਨੂੰ, ਛੋਟੇ ਜਿਹੇ ਨੂੰ ਤੁਸੀਂ ਲਾਲਚ ਦਿੰਦੇ ਹੋ ਕਿ ਜੇ ਤੁਸੀਂ ਨਾ ਫਲਾਂ ਕੰਮ ਕਰ ਦਿਓਗੇ, ਤੈਨੂੰ ਕੈਂਡੀ ਦੇਵਾਂਗੇ। ਕੈਂਡੀ ਕੰਮ ਕਰਾਉਣ ਲੱਗ ਜਾਂਦੀ ਹੈ। ਫਿਰ ਕੈਂਡੀ ਦਾ ਰੂਪ ਬਦਲ ਜਾਂਦਾ, ਥੋੜ੍ਹਾ ਜਿਹਾ ਕੈਂਡੀ ਦਾ ਰੂਪ ਬਦਲ ਜਾਂਦਾ। ਯੂ ਕੈਨ ਵਾਚ ਮੋਰ TV, ਯੂ ਕੈਨ ਹੈਵ ਸਮ ਡਿਵਾਈਸਿਸ, ਯੂ ਕੈਨ ਹੈਵ ਐਕਸਟਰਾ ਪਲੇਇੰਗ ਟਾਈਮ। ਸੋ ਲਾਲਚ ਚਲਾ ਰਿਹਾ ਉਹਨੂੰ ਉਸ ਤਰੀਕੇ ਨਾਲ। ਪਰ ਲਾਲਚ ਹੀ ਇਤਨਾ ਜ਼ਿਆਦਾ ਵੱਧ ਜਾਏ, ਕੰਟਰੋਲ ਕਰ ਜੇ ਕਿ ਬੰਦਾ ਉਹਦੇ ਵਿੱਚ ਹੀ ਲੋਸਟ ਹੋ ਜਾਏ। ਬੀਨ ਜਿਵੇਂ ਇੰਝ ਕਹਿ ਲਓ, ਆ ਸਾਡੇ ਹੁਣ ਇੱਥੇ ਆਲਰੇਡੀ ਸਾਡੀ ਇਸ ਬਿਲਡਿੰਗ ਵਿੱਚ ਹੀਟ ਔਨ ਹੋ ਗਈ ਹੈ ਘਰਾਂ ਥਾਵਾਂ 'ਤੇ, ਥੋੜ੍ਹੇ ਦਿਨਾਂ 'ਚ ਹੋ ਜਾਏਗੀ, ਤੁਹਾਨੂੰ ਪਤਾ। ਥੋੜ੍ਹਾ ਅਸੀਂ ਰਜਿਸਟ ਕਰਦੇ ਹਾਂ ਕਈ ਵਾਰੀ। ਪਰ ਇਹ ਹੈ ਕਿ ਹੀਟ ਜਿਹੜੀ ਘਰ ਨੂੰ ਵਾਰਮ ਅਪ ਕਰਦੀ ਹੈ, ਉਹਦੇ ਨਾਲ ਅਸੀਂ ਕੰਫਰਟ ਮਹਿਸੂਸ ਕਰਦੇ ਹਾਂ। ਪਰ ਇਹ ਵੀ ਸੱਚਾਈ ਹੈ, ਮੈਂ ਵੀ ਚਾਹਾਂਗਾ ਰੱਬ ਜੀ ਸਭ ਨੂੰ ਖੈਰ ਸੁਖੀ ਰੱਖੇ, ਹਰ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ। ਪਰ ਸਪੋਜ਼ ਜੇ ਉਹ ਹੀਟ ਜਿਹੜੀ ਉਹ ਅੱਗ ਆ, ਜਿਹੜੀ ਉਹ ਗੈਸ ਬਲ ਰਹੀ ਹੈ ਫਰਨਸ ਦੇ ਵਿੱਚ, ਉਹ ਆਊਟ ਆਫ ਕੰਟਰੋਲ ਹੋ ਜਾਏ, ਕੀ ਹੋਏਗਾ? ਹਾਲਾਂਕਿ ਕੰਫਰਟ ਦੇ ਰਹੀ ਸੀ ਉਹ, ਦੈਟ ਵਾਜ਼ ਰੀਅਲੀ ਗੁੱਡ। ਬਟ ਹੁਣ ਕੀ ਹੋਇਆ? ਹੁਣ ਫਰਨਸ ਤੋਂ ਬਾਹਰ ਆ ਗਈ। ਜਿਸ ਘਰ ਨੂੰ ਉਹਨੇ ਕੰਫਰਟ ਦੇਣਾ ਸੀਗਾ, ਜਿਸ ਘਰ ਦੇ ਮੈਂਬਰਸ ਵਾਸਤੇ ਉਹ ਬੜਾ ਵਧੀਆ ਰੋਲ ਪਲੇ ਕਰ ਰਹੀ ਸੀ, ਉਹਨਾਂ ਦਾ ਨੁਕਸਾਨ ਕਰ ਦੇਗੀ ਉਹ। ਐਗਜ਼ੈਕਟਲੀ ਇਹੋ ਚੀਜ਼ ਹੈ। ਸਾਡੇ ਅੰਦਰ ਡਰਾਈਵਿੰਗ ਫੋਰਸਿਸ ਨੇ ਜਿਹੜੀਆਂ ਸਾਨੂੰ ਸੁੱਖ ਦਿੰਦੀਆਂ ਨੇ, ਜਿਵੇਂ ਹੀ ਉਹ ਆਊਟ ਆਫ ਕੰਟਰੋਲ ਹੁੰਦੀਆਂ ਨੇ, ਉਹੀ ਨੁਕਸਾਨ ਦੇਣਾ ਸ਼ੁਰੂ ਕਰਦੀਆਂ ਨੇ। ਵਧਿਆ ਹੋਇਆ ਲਾਲਚ ਬੰਦੇ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦਾ ਹੈਗਾ। ਲਾਲਚੀ ਲੋਕ ਕੰਮਾਂ 'ਚ ਬੈਲੈਂਸ ਨਹੀਂ ਬਣਾ ਪਾਉਂਦੇ, ਸੈਲਫ ਕੇਅਰ ਨਹੀਂ ਕਰ ਪਾਉਂਦੇ, ਫੈਮਿਲੀ ਕੇਅਰ ਨਹੀਂ ਕਰ ਪਾਉਂਦੇ, ਐਂਡ ਦੈਨ ਆਫਟਰਵਰਡ ਦੇ ਹੈਵ ਟੂ ਪੇ ਹਾਈ ਪ੍ਰਾਈਸ। ਪਹਿਲੇ ਨੰਬਰ 'ਤੇ ਸਿਹਤ ਖਰਾਬ ਹੁੰਦੀ ਹੈ, ਫਿਜ਼ੀਕਲੀ ਨਾ ਵੀ ਖਰਾਬ ਹੋਏ, ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ। ਸਪਿਰਿਚੁਅਲ ਨੀਡਸ ਤੇ ਬੰਦਾ ਸੋਚਦਾ ਹੀ ਨਹੀਂ ਹੈ, ਤੇ ਬੰਦਾ ਸੋਚਦਾ ਹੈ ਕਿਹੜੀ ਨੀਡ ਆ।
ਈਵਨ ਸਾਡੇ ਮੈਂ ਸਿੱਖ ਸਮਾਜ 'ਚ ਵੇਖ ਰਿਹਾ ਵਾਂ, ਲੋਕਾਂ ਨੂੰ ਇਹ ਲੱਗਣ ਲੱਗ ਰਿਹਾ ਕਿ ਬਾਣੀ ਪੜ੍ਹਨੀ ਵੀ ਕਿਉਂ, ਇਹ ਕਾਹਦੇ ਲਈ ਹੈ, ਵਾਏ। ਈਵਨ ਤੁਸੀਂ ਤੇ ਦੇਵਤਿਆਂ ਵਰਗੇ ਲੋਕ ਹੋ, ਗੁਰੂ ਕੇ ਹਜ਼ੂਰ ਬੈਠੇ, ਅਦਰਵਾਈਜ਼ ਪੀਪਲ ਆਰ ਥਿੰਕਿੰਗ ਵਾਈ ਡੂ ਹੈਵ ਟੂ ਗੋ ਗੁਰਦੁਆਰਾ, ਵਟਸ ਦ ਪਰਪਸ। ਜ਼ਿੰਦਗੀ ਹਮੇਸ਼ਾ ਬੜੀ ਸਮੂਥ ਨਹੀਂ ਚੱਲਦੀ, ਇਹ ਬੜੇ ਬੰਪੀ ਪਾਥ ਆਉਂਦੇ ਨੇ, ਬੜੇ ਬੰਪੀ ਜਿਹੜੇ ਮੂਵ ਆਉਂਦੇ ਨੇ ਉਹਦੇ 'ਚ ਸਾਨੂੰ ਬਹੁਤ ਸਾਰੀ ਸਪੋਰਟ ਚਾਹੀਦੀ ਹੈ। ਇੱਕ ਲੈਵਲ ਐਸਾ ਹੁੰਦਾ ਹੈ ਤੁਹਾਨੂੰ ਸੋਸਾਇਟੀ, ਫੈਮਲੀ ਜਾਂ ਹੋਰ ਇੰਸਟੀਟਿਊਸ਼ਨਸ ਆਲੇ ਦੁਆਲੇ, ਨਨ ਕੈਨ ਸਪੋਰਟ ਯੂ ਐਨੀ ਮੋਰ, ਯੂ ਨੀਡ ਸਮ ਕਾਈਂਡ ਆਫ ਹਾਇਰ ਸਪੋਰਟ। ਜਦੋਂ ਹਾਇਰ ਸਪੋਰਟ ਦੀ ਗੱਲ ਆਏਗੀ, ਉੱਥੇ ਫਿਰ ਬੰਦੇ ਨੂੰ ਜਿਹੜਾ ਉਹਦਾ ਬਲੀਵ ਸਿਸਟਮ ਬਣਿਆ ਹੈ, ਜੇ ਤੇ ਬਣਿਆ ਕਿਸੇ ਸੁਪਰਸਟੀਸ਼ੀਅਸ ਸਾਈਡ ਤੋਂ, ਤਾਂ ਵੀ ਮਰੇਗਾ ਉਹ, ਤੇ ਪੱਕਾ। ਅਸੀਂ ਖੁਦ ਰੋਜ਼ਮर्रा ਚੀਜ਼ਾਂ ਦੇਖਦੇ ਹਾਂ, ਅਤੇ ਹੁਣ ਤੇ ਕੋਵਿਡ ਕਰਕੇ ਆਈ ਐਮ ਨੋਟ ਏਬਲ ਟੂ ਡੂ, ਅਦਰਵਾਈਜ਼ ਆਈ ਯੂਜ਼ਡ ਟੂ ਵਰਕ ਵਿਦ KMH ਐਜ਼ ਅ ਸਪਿਰਿਚੁਅਲ ਐਸੋਸੀਏਟ। ਉੱਥੇ ਅਸੀਂ ਦੇਖੀਏ ਤੇ ਵੱਡੇ ਲੈਵਲ ਤੇ ਪ੍ਰੋਬਲਮਸ ਇਹੀ ਆਉਂਦੀਆਂ ਕਿ ਬੰਦੇ ਦੀ ਮੈਂਟਲ ਹੈਲਥ ਖਰਾਬ ਹੋ ਗਈ ਕਿਸੇ ਸੁਪਰਸਟੀਸ਼ੀਅਸ ਬਿਲੀਫ ਸਿਸਟਮ ਕਰਕੇ। ਬੰਦੇ ਨੂੰ ਚੀਜ਼ਾਂ ਦਿਸ ਰਹੀਆਂ, ਸੁਣ ਰਹੀਆਂ, ਬੰਦਾ ਬੜਾ ਧਾਰਮਿਕ ਹੈ, ਪਰ ਜੋ ਸੁਣ ਦਿਸ ਰਿਹਾ ਉਹ ਸਾਰਾ ਕੁਝ ਇਤਨੀ ਵੱਡੀ ਪ੍ਰੋਬਲਮ ਕ੍ਰੀਏਟ ਕਰ ਗਈ। ਨਰਸ ਕਹਿੰਦੀ ਹੈ, ਯੂ ਨੋ, ਆਈ ਨੀਡ ਯੂਰ ਹੈਲਪ, ਪਲੀਜ਼ ਐਜੂਕੇਟ ਦਿਸ ਇੰਡੀਵਿਜੂਅਲ। ਇਹ ਮੈਡੀਸਨ ਨਹੀਂ ਲੈ ਰਿਹਾ। ਕਿਉਂ ਨਹੀਂ ਲੈ ਰਿਹਾ? ਉਹ ਕਹਿੰਦਾ ਜੇ ਹੁਕਮ ਨਹੀਂ ਹੋਇਆ। ਹੁਕਮ ਹੋਏਗਾ ਜਦੋਂ ਕਿਸੇ ਸੁਪਰ ਨੈਚੁਰਲ ਪਾਵਰ ਦਾ, ਦੈਨ ਆਈ ਵਿਲ ਟੇਕ ਇਟ। ਹੁਣ ਇਹ ਸਾਰਾ ਕੁਝ ਕੀ ਹੈ? ਜਦੋਂ ਹੋਰ ਡੀਪ ਲੈਵਲ ਤੇ ਗਏ, ਡੀਪ ਲੈਵਲ ਤੇ ਗਿਆ, ਕਿਸੇ ਸੁਪਰਸਟੀਸ਼ੀਅਸ ਬਲੀਵ ਵਿੱਚ ਪਿਆ ਹੈਗਾ, ਹੋਰ ਪਿੱਛੇ ਗਏ। ਬੰਦੇ ਨੂੰ ਇਹ ਸਭ ਚੀਜ਼ਾਂ ਕਿੱਥੋਂ ਆਉਣਗੀਆਂ? ਚੰਗੀ ਸਪਿਰਿਚੁਅਲ ਐਜੂਕੇਸ਼ਨ ਦੇ ਵਿੱਚੋਂ। ਸਪਿਰਿਚੁਅਲ ਐਜੂਕੇਸ਼ਨ ਵਾਸਤੇ ਵੀ ਹੈਵ ਟੂ ਸਪੈਂਡ ਟਾਈਮ, ਐਨਰਜੀ, ਐਫਰਟ, ਦੈਨ ਵੀ ਕੈਨ ਗੈਟ ਇਟ, ਐਂਡ ਵੀ ਹੈਵ ਟੂ ਗੈਟ ਇਨ ਟਾਈਮ। ਜਦੋਂ ਲੋੜ ਪਏਗੀ ਨਾ, ਜਿਵੇਂ ਸਪੋਜ਼ ਮੈਂ ਬਾਤ ਕੀਤੀ ਹੈ, ਆਪ ਹੁਣ ਇਹਨਾਂ ਇਸ ਬਾਤ ਵਾਕਫ ਹੋਵੋਗੇ, ਸਾਡੇ ਉੱਤੇ ਹੀ ਤੁਸੀਂ ਦੇਖੋਗੇ ਛੱਤ ਦੇ ਉੱਤੇ ਸਪ੍ਰਿੰਕਲਰਸ ਲੱਗੇ ਨੇ। ਸਪ੍ਰਿੰਕਲਰਸ ਜਦੋਂ ਬਿਲਡਿੰਗ ਕੋਡ ਬਣਾਏ, ਸਪ੍ਰਿੰਕਲਰਸ ਲਾਏ ਗਏ, ਇਹਨੂੰ ਬਕਾਇਆ ਤੌਰ 'ਤੇ ਚੈੱਕ ਕੀਤਾ ਗਿਆ ਸਾਰਾ ਕੁਝ। ਹੁਣ ਸਪੋਜ਼ ਸਾਰੀ ਬਿਲਡਿੰਗ ਬਣ ਗਈ, ਸਾਰਾ ਕੁਝ ਬਣ ਗਿਆ, ਤੇ ਸਮਹਾਓ ਮਾਲਕ ਤਰਸ ਕਰੇ, ਸਭ ਠੀਕ ਠਾਕ ਰਹੇ। ਫਿਰ ਮੈਂ ਐਗਜ਼ਾਮਪਲ ਦੇ ਰਿਹਾ ਕਿ ਐਨੀਥਿੰਗ, ਹੋਪ ਇਟ ਡੋਂਟ ਹੈਪਨ ਐਟ ਆਲ, ਬਟ ਇਫ ਐਨੀਥਿੰਗ ਹੈਪਨਡ, ਤੇ ਉਦੋਂ ਬੰਦਾ ਕਹੇ ਵੀ ਓਹੋ, ਹੁਣ ਆਪਾਂ ਇੱਕ ਕੰਮ ਕਰਦੇ ਹਾਂ, ਆਪਾਂ ਸਪ੍ਰਿੰਕਲ ਲਿਆ ਕੇ ਫਟਾਫਟ ਇੱਥੇ ਪਾਣੀ ਛਿੜਕਦੇ ਹਾਂ, ਆਪਾਂ ਇੰਤਜ਼ਾਮ ਕਰਦੇ ਹਾਂ, ਆਪਾਂ ਕੁਝ ਇਸ ਕਿਸਮ ਦੇ ਨਾਲ ਕੁਝ ਸ਼ਾਵਰਿੰਗ ਕਰਦੇ ਹਾਂ ਪਾਣੀ ਦੀ, ਕੁਝ ਇਹਦਾ ਭਾਈ ਇਹ ਤੇ ਪਹਿਲਾਂ ਕਰਨਾ ਸੀਗਾ, ਇਹ ਤੇ ਸਟਰਕਚਰ ਦੇ ਵਿੱਚ ਬਿਲਡ ਹੋਣਾ ਚਾਹੀਦਾ ਸੀਗਾ। ਜਦੋਂ ਇਹਦੀ ਲੋੜ ਪੈਂਦੀ ਉਦੋਂ ਭੱਜਣਾ ਨਾ ਪੈਂਦਾ। ਦੈਟ ਮਸਟ ਬੀ ਦੇਅਰ। ਸੋ ਇਸ ਕਰਕੇ ਅੰਮ੍ਰਿਤ ਨਾਮ, ਉਹੋ ਜਿਹੀ ਸਿੱਖਿਆ, ਆਈਡੀਓਲੋਜੀ, ਸੋਚ, ਬਲੀਵ ਸਿਸਟਮ, ਉਹ ਐਜੂਕੇਸ਼ਨ, ਉਹ ਸਾਰਾ ਕੁਛ ਚਾਹੀਦਾ ਬੰਦੇ ਨੂੰ, ਤਾਂ ਕਿ ਜਦੋਂ ਕਿਤੇ ਲੋੜ ਬਣੇ ਬੰਦਾ ਅਹਿਸਾਸ ਸਕੇ, ਬੰਦਾ ਉਸ ਚੀਜ਼ ਤੋਂ ਬੈਨੀਫਿਟ ਲੈ ਸਕੇ। ਨਹੀਂ ਤੇ ਹੋਏਗਾ ਕਿ ਜਿਵੇਂ ਸਪੋਜ਼ ਕਰੋ, ਲੋਕੀ ਕਰੋਨਾ ਦੀ ਗੱਲ ਕਰਦੇ ਨੇ, ਪਤਾ ਲੱਗ ਰਿਹਾ ਹੈ, ਹੁਣ ਦਾ ਨਹੀਂ, ਥੋੜ੍ਹਾ ਸਮਾਂ ਪਹਿਲਾਂ ਡਾਟਾ ਆਇਆ ਸੀ ਸਾਡੇ ਓਨਟਾਰੀਓ ਦਾ ਹੀ, ਕਿ ਜਿੰਨਾ ਉਹਨਾਂ ਨੇ ਐਕਸਪੈਕਟ ਕੀਤਾ ਸੀਗਾ ਕਿ ਇੰਨੇ ਲੋਕਾਂ ਨੂੰ ਕੋਵਿਡ-19 ਦੇ ਥਰੂ ਲੋਕ ਗਏ ਹੋਣਗੇ, ਉਹਦੇ ਤੋਂ ਅਰਾਊਂਡ ਕਿੱਡੀ ਵੱਡੀ ਡਬਲ ਫਿਗਰ ਸੀ ਅਸਲ ਦੇ ਵਿੱਚ। ਉਹਦਾ ਪਤਾ ਉਦੋਂ ਲੱਗਾ ਜਦੋਂ ਉਹਨਾਂ ਦੇ ਬਲੱਡ ਟੈਸਟ ਲਏ ਗਏ, ਉਹਨਾਂ ਦੇ ਵਿੱਚ ਜਿਹੜੇ ਸੀਗੇ ਐਂਟੀਬੋਡੀ, ਜਿਹੜੇ ਐਲੀਮੈਂਟਸ ਲੱਭੇ ਵੀ ਉਹ ਕਰੋਨਾ ਹੋ ਕੇ ਹਟਿਆ। ਬੰਦਾ ਕਹਿੰਦਾ ਆਈ ਹੈਵ ਨੋ ਕਲੂ, ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਹੋਇਆ ਵੀ ਹੈ ਕਿ ਨਹੀਂ ਹੋਇਆ। ਕਿੰਨੇ ਲੋਕ ਕੈਰੀਅਰਸ ਬਣ ਕੇ ਤੁਰੇ ਫਿਰੇ, ਅੱਜ ਵੀ ਤੁਰੇ ਫਿਰਦੇ ਨੇ। ਕਿਉਂ ਨਹੀਂ ਇੰਪੈਕਟ ਕਰ ਰਿਹਾ? ਇਮਿਊਨ ਸਿਸਟਮ ਸਟਰੋਂਗ ਹੈ, ਬੋਡੀ ਉਸ ਸਾਰੇ ਦੇ ਨਾਲ ਉਸ ਲੈਵਲ ਤੇ ਰਿਐਕਟ ਹੀ ਨਹੀਂ ਕਰ ਰਹੀ ਜਿਵੇਂ ਕੋਈ ਅੰਡਰਲਾਈਨ ਇਸ਼ੂਜ਼ ਵਾਲੇ ਨੇ, ਜਿਵੇਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਹਕੀਕਤ ਇਹ ਹੈ, ਇਹੋ ਜਿਹੇ ਜਿਹੜੇ ਵਾਇਰਸ ਹੈਗੇ ਨੇ, ਉਹ ਭਾਵੇਂ ਮੈਂਟਲ ਹੈਲਥ ਵਿੱਚ ਆ ਜਾਣ, ਬੰਦੇ ਨੂੰ ਚੀਜ਼ਾਂ ਬੱਗ ਕਰਦੀਆਂ ਨੇ। ਬੱਗ ਇਹੀ ਹੁੰਦਾ, ਕੋਈ ਘਰ ਵਿੱਚ ਘਟਨਾ ਵਾਪਰ ਗਈ, ਕੋਈ ਵਰਕ ਫੋਰਸ ਵਿੱਚ ਹੋ ਗਿਆ, ਕੁਝ ਆਲੇ ਦੁਆਲੇ, ਕੁਝ ਸਮਾਜ ਵਿੱਚ ਬੰਦੇ ਨੂੰ ਚੀਜ਼ ਬੱਗ ਕਰਨ ਲੱਗ ਗਈ। ਬੱਗ ਕੀਤੀ ਨਹੀਂ, ਮੈਂਟਲੀ ਬੰਦਾ ਅਪਸੈਟ ਹੋਇਆ ਨਹੀਂ। ਬੰਦਾ ਸਵੇਰੇ ਉੱਠ ਕੇ ਕਹਿੰਦਾ ਮੈਂ ਤਾਂ ਸਾਰੀ ਰਾਤ ਸੋ ਹੀ ਨਹੀਂ ਪਾਇਆ। ਕੀ ਹੋਇਆ? ਹੋਣਾ ਕਿ ਮੈਂ ਤਾਂ ਉਹਦੇ ਬਾਰੇ ਸੋਚੀ ਗਿਆ, ਫਲਾਂ ਚੀਜ਼ ਬਾਰੇ। ਓ ਮਾਈ ਗੋਸ਼। ਅੱਛਾ, ਇੱਕ ਦਿਨ ਦੀ ਨੀਂਦ ਖਰਾਬ ਹੋਈ, ਦੂਜੇ ਦਿਨ ਫਿਰ ਖਰਾਬ ਹੋਈ, ਤੀਜੇ ਦਿਨ, ਚੌਥੇ ਦਿਨ ਨੂੰ ਡਾਕਟਰ ਕੋਲ ਚਲਾ ਗਿਆ, ਹੁਣ ਮੈਨੂੰ ਗੋਲੀ ਚਾਹੀਦੀ ਖਾਣ ਵਾਸਤੇ। ਦਨ ਜੇ ਸਾਰੇ ਦੇ ਬਾਬਤ ਜੀਵਨ ਆ, ਗੁਰਬਾਣੀ ਵਰਗੀ ਰਚਨਾ, ਨਾਮ ਅੰਮ੍ਰਿਤ ਨਾਮ ਆ, ਇਸ ਹਾਰੇ ਹੀ ਹੈ
ਪ੍ਰਾਣੀ ਕਿਆ ਤੇਰਾ ਕਿਆ ਮੇਰਾ। ਕਿਸ ਚੱਕਰ 'ਚ ਪਿਆ ਆ? ਪ੍ਰੋਫਿਟ ਲਾਸ ਦੇ ਕਿਸ ਚੱਕਰ ਨੂੰ ਅਸੀਂ ਇਸੇ ਨੂੰ ਫੋਲੋ ਕਰੀ ਜਾਂਦੇ ਨਾ, ਸਾਰਾ ਕੁਝ ਹੋਈ ਜਾ ਰਿਹਾ। ਆਪ ਸ਼ਾਇਦ ਇਹਦੇ ਬਾਬਤ ਵਾਕਿਫ ਹੋਵੋਗੇ, ਹਾਲਾਂਕਿ ਇਹੋ ਜਿਹੇ ਬੜੇ ਆਰਟੀਕਲ ਲਿਖੇ ਗਏ, ਬੜੀਆਂ ਚੀਜ਼ਾਂ। ਜਿਸ ਦਿਨ ਦੁਨੀਆ ਭਰ ਦੀਆਂ ਸਟਾਕ ਐਕਸਚੇਂਜ ਜਿਹੜੀਆਂ ਸਟਾਕ ਮਾਰਕੀਟ ਡਿਪ ਕੀਤੀ ਬੜੀ ਵੱਡੀ, ਜਦੋਂ ਕੋਵਿਡ ਸ਼ੁਰੂਆਤ ਦੇ ਵਿੱਚ ਐਕਚੁਅਲੀ ਫੈਬਰਵਰੀ ਦੇ ਨੇੜੇ ਸ਼ਾਇਦ, ਅਤੇ ਉਦੋਂ ਮੈਂ ਥੋੜ੍ਹਾ ਡਾਟਾ ਪੜ੍ਹ ਰਿਹਾ ਸੀਗਾ, ਕਿੰਨੇ ਇੱਕੋ ਦਿਨ ਦੇ ਵਿੱਚ ਸੁਸਾਈਡਸ ਦਾ ਰੇਟ ਆ ਗਿਆ, ਕਿੰਨੇ ਲੋਕੀ ਹੌਸਪਿਟਲਾਈਜ਼ ਹੋਏ, ਕਿੰਨਾ ਇਸ ਤਰੀਕੇ ਇੱਕੋਦਮ। ਜੇ ਬੰਦਾ ਇਹ ਚੀਜ਼ਾਂ ਪੜ੍ਹ ਰਿਹਾ ਹੈ, ਉਹ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਉਹ ਇੱਕ ਰਾਤ ਦਾ ਬਸੇਰਾ ਆ, ਕੀ ਮੇਰਾ ਕੀ ਤੇਰਾ, ਬਾਕੀ ਮਾਲਕ ਜ਼ਿੰਦਾਬਾਦ, ਉਹ ਅਕਾਲ ਪੁਰਖ ਵਾਹਿਗੁਰੂ ਰਹਿਣ ਵਾਲਾ ਹਮੇਸ਼ਾ, ਉਹ ਕਿਹੜਾ ਮਰ ਚੱਲਾ। ਉਹ ਬੰਦੇ ਭਰੋਸਾ ਉਹਦੇ ਤੇ ਰੱਖ, ਕਰਨ ਕਰਾਉਣ ਵਾਲਾ ਉਹ ਆ। ਮੈਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਆਏ ਕਿੰਨੇ ਤੁਰ ਗਏ, ਬਸ ਆਪਣੇ ਜੀਵਨ ਤੇ ਫੋਕਸ ਕਰ। ਇਹੋ ਜੀ ਨਾਮ ਦੀ ਧਾਰਾ ਲਗਾਤਾਰ ਡਰਿਲ ਕੀਤੀ ਹੋਏ, ਲਗਾਤਾਰ ਉਹਨੂੰ ਜਿਹੜਾ ਅੰਦਰ ਲਿਆਂਦਾ ਹੋਏ, ਇਹੀ ਸਿਮਰਨ ਹੈ। ਅੰਮ੍ਰਿਤ ਆਪਣੇ ਆਪ ਨਾ ਆਏਗਾ, ਆਤਮਕ ਸਰਬੁਲੰਦਗੀ ਆਏਗੀ, ਇਹਦੀ ਬਾਤ ਹੋ ਰਹੀ ਹੈ। ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਜਿਨ੍ਹਾਂ ਨੇ ਇਸ ਸੋਚ ਵਿਚਾਰ ਖਿਆਲ ਜੀਵਨ ਜਾਚ ਨੂੰ ਆਪਣੇ ਜੀਵਨ ਵਿੱਚ ਅਪਣਾ ਲਿਆ, ਅਡਾਪਟ ਕਰ ਲਿਆ ਉਸਨੂੰ। ਅੰਮ੍ਰਿਤ ਨਾਮ ਮਹਾਰਸ ਮੀਠਾ। ਬਾਕੀ ਇਹ ਹੈ ਮਹਾਰਸ ਮੀਠਾ। ਹੁਣ ਸਪੋਜ਼ ਕਰੋ ਲੋਕਾਂ ਨੂੰ ਸ਼ੂਗਰੀ ਸਟਫ ਬੜਾ ਮਿੱਠਾ ਲੱਗਦਾ, ਖੰਡ ਬੜੀ ਮਿੱਠੀ ਲੱਗਦੀ ਹੈ, ਬਿਲਕੁਲ ਠੀਕ ਹੈ, ਨੋ ਡਾਊਟ। ਸਾਡੇ ਜਿਹੜੇ ਟੇਸਟ ਬਡਸ ਨੇ ਉਹ ਇਸ ਤਰੀਕੇ ਨਾਲ ਮਦਰ ਨੇਚਰ ਨੇ ਬਣਾਏ ਨੇ, ਜਿਵੇਂ ਕੋਈ ਮਿੱਠੇ ਵਾਲੀ ਚੀਜ਼ ਜਿਹਦੇ 'ਚ ਖਾਸ ਕਰਕੇ ਸ਼ੂਗਰ ਹੁੰਦਾ, ਸ਼ੂਗਰ ਇਨਗਰੀਡੀਐਂਟ ਗਲੂਕੋਜ਼ ਹੁੰਦਾ, ਉਹ ਰਾਈਟ ਵਿੱਚ ਜਦੋਂ ਉਹਦੇ ਨਾਲ ਲੱਗਦਾ, ਟੱਚ ਕਰਦਾ, ਇੱਕਦਮ ਬ੍ਰੇਨ ਸਾਨੂੰ ਦੱਸਦਾ ਵੀ ਦੈਟਸ ਵੈਰੀ ਗੁੱਡ। ਇਸ ਚੀਜ਼ ਨੂੰ ਬੜੀ ਖੁਸ਼ੀ ਹੁੰਦੀ ਸਾਨੂੰ ਉਸ ਤਰੀਕੇ ਨਾਲ। ਬੰਦਾ ਆਪਣੇ ਆਪ ਨੂੰ ਰਿਵਾਰਡ ਕਰਦਾ ਹੈ ਉਸ ਚੀਜ਼ਾਂ ਨੂੰ ਮੂੰਹ 'ਚ ਰੱਖ ਰੱਖ ਕੇ ਵਾਰ-ਵਾਰ। ਜੇ ਬੰਦੇ ਨੂੰ ਐਜੂਕੇਸ਼ਨ ਮਿਲ ਜਾਏ ਸਹੀ ਰੂਪ ਦੇ ਵਿੱਚ ਕਿ ਐਕਚੁਅਲੀ ਹੈ ਤੇ ਕੈਮੀਕਲ ਆ, ਨਥਿੰਗ ਐਲਸ, ਤੇ ਇਹਦਾ ਡੀਪ ਇਫੈਕਟ ਇਹ ਹੈ ਕਿ ਬਾਡੀ ਦਾ ਬਹੁਤ ਨੁਕਸਾਨ ਕਰਦਾ ਹੈ। ਇਨਸੂਲਿਨ ਵਗੈਰਾ ਜਿਹੜੀ ਹੈ ਉਹ ਇੱਕ ਲੈਵਲ 'ਤੇ ਪ੍ਰੋਡਿਊਸ ਹੋਣੀ ਬੰਦ ਹੋ ਜਾਂਦੀ ਹੈ, ਲਿਵਰ ਕਿਡਨੀ ਸਭ ਚੀਜ਼ਾਂ ਨੂੰ ਇੰਪੈਕਟ ਪਾਉਂਦਾ ਆ। ਐਂਡ ਆਫ ਦਾ ਡੇ ਜਿਹੜੀ ਮੇਰੀ ਨਾਰਮਲ ਲਾਈਫ ਪਰਫਾਰਮੈਂਸ, ਮੈਨੂੰ ਉਹਦੇ 'ਚ ਵੀ ਬੜੀ ਜ਼ਿਆਦਾ ਦਿੱਕਤ ਆਉਂਦੀ। ਸਭ ਚੀਜ਼ਾਂ ਪੂਰੇ ਸਹੀ ਰੂਪ ਦੇ ਸਿਨੈਰੀਓ 'ਚ ਅੰਦਰ ਸਮਝ ਆ ਜਾਣ, ਫਿਰ ਕੀ ਹੈ, ਫਿਰ ਇੱਕ ਇਸ ਤੋਂ ਵੀ ਵਧੀਆ ਮਿੱਠੀ ਚੀਜ਼ ਮਿਲ ਗਈ ਹੈ, ਇੱਕ ਸੈਲਫ ਕੌਨਫੀਡੈਂਸ, ਇੱਕ ਅੰਦਰ ਦਾ ਆਤਮ ਵਿਸ਼ਵਾਸ, ਇੱਕ ਐਸੀ ਜਾਚ। ਹੁਣ ਕੋਈ ਮਿੱਠਾ ਆਫਰ ਵੀ ਕਰਦਾ ਹੈ ਤੇ ਅੰਦਰ ਇਹ ਨਹੀਂ ਆ ਰਿਹਾ, ਓ ਮਾਈ ਗॉश ਆਈ ਕੈਨ ਨਾਟ ਈਟ, ਓਹੋ ਇਹ ਤੇ ਅਸਲ ਸਿਆਪਾ ਆ, ਇਹ ਤੋਂ ਤੇ ਬੰਦਾ ਖਾ ਲੇ ਚੰਗਾ ਆ, ਯੂ ਨੋ। ਅਹਿਸਾਸ ਆ ਗਿਆ, ਸ਼ੁਕਰ ਹੈ, ਆਈ ਐਮ ਨੋਟ ਸਲੇਵ ਆਫ ਦੀਸ ਥਿੰਗਸ। ਹੁਣ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਮਿੱਠਾ ਇਹਦੇ 'ਚ ਆ, ਇਹਦਾ ਕੋਈ ਮੁਕਾਬਲਾ ਨਹੀਂ। ਇੱਥੇ ਜਾ ਕੇ ਬੰਦੇ ਦੇ ਵਕਾਰ, ਬੰਦੇ ਦੀਆਂ ਅਲਾਮਤਾਂ ਛੁੱਟਦੀਆਂ, ਤੁਹਾਨੂੰ ਖੁਸ਼ੀ ਮਿਲਦੀ। ਕੋਈ ਪੁੱਛਦਾ ਕਿ ਤੂੰ ਕਦੀ ਆ ਗਲਤ ਕੰਮ ਨਹੀਂ ਕੀਤਾ, ਤੂੰ ਕਦੀ ਸ਼ਰਾਬ ਨਹੀਂ ਪੀਤੀ, ਤੂੰ ਇਸ ਪਾਸੇ what are the actually what kind of forces which are in giving you inspiration not to go this side? ਭਾਈ ਇੱਕ ਐਸੀ ਅੰਦਰ ਬਾਤ ਬਣੀ ਹੈ ਜਿਹਦੇ 'ਚ ਇਤਨਾ ਜ਼ਿਆਦਾ ਰਸ ਆ, ਇਹਨਾਂ ਸਭ ਚੀਜ਼ਾਂ ਬੇਰਸੀਆਂ ਲੱਗਦੀਆਂ ਨੇ। ਇਹ ਅੰਮ੍ਰਿਤ ਦਾ ਮਹਾਰਸ ਆ, ਇੱਕ ਐਸਾ ਰਸ ਆ ਜਿਹਨੂੰ ਬੰਦਾ ਜਦੋਂ ਮਾਣਦਾ ਆ, ਜਦੋਂ ਜਿਉਂਦਾ ਆ, ਜਿਹਨੂੰ ਟੇਸਟ ਕਰਦਾ ਆ, ਉਸ ਤੋਂ ਬਾਅਦ ਦੁਨੀਆ ਦੇ ਸਭ, ਜਿਹਨੂੰ ਸਾਹਿਬ ਨੇ ਕਿਹਾ ਨਾ, ਇਹ ਰਸ ਆਵਾ ਉਹ ਰਸ ਨਹੀਂ ਭਾਵਾ। ਇਹ ਰਸ ਐਸੇ ਆ ਗਏ, ਬਾਕੀ ਸਭ ਰਸ ਫਿੱਕੇ ਹੋ ਗਏ। ਗੁਰੂ ਬਾਬਾ ਜੀ ਨੇ ਤੇ ਬਾਤ ਕੀਤੀ, ਗੁਰੂ ਅਮਰਦਾਸ ਸਾਹਿਬ ਨੇ ਕਹਿੰਦੇ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਇਹ ਅੰਮ੍ਰਿਤ ਕੋਈ ਹੋਰ ਨਹੀਂ ਪਿਆਉਂਦਾ, ਗੁਰੂ ਕੀ ਮੱਤ ਪਿਆਉਂਦੀ ਹੈ। ਮੱਤ ਦਾ ਰੋਲ ਮਾਂ ਦਾ ਰੋਲ ਵੀ ਹੁੰਦਾ ਹੈ। ਆਪ ਸ਼ਾਇਦ ਦੇਖੋਗੇ ਮਾਂ ਦੀ ਰਿਲੇਸ਼ਨਸ਼ਿਪ ਬੱਚੇ ਨਾਲ ਇੱਕ ਬੜੀ ਕਮਾਲ ਦੀ ਹੁੰਦੀ ਹੈ। ਬੱਚਾ ਕੋਈ ਚੀਜ਼ ਉਹਨੂੰ ਦਿਓ ਅਤੇ ਉਹਨੂੰ ਪਹਿਲੇ ਲੈਵਲ 'ਤੇ ਟੇਸਟੀ ਨਾ ਲੱਗੇ, ਸਵਾਦੀ ਨਾ ਲੱਗੇ, ਆ ਉਹ ਕਹੇ ਵੀ ਨੋ ਆਈ ਕੈਨ ਨੋਟ ਈਟ ਔਰ ਆਈ ਕੈਨ ਨੋਟ ਟੇਕ ਇਟ ਬਿਕੋਜ਼ ਮੈਂ ਫੈਮਿਲੀਅਰ ਨਹੀਂ ਇਹਦੇ ਨਾਲ, ਮੈਨੂੰ ਪਤਾ ਹੀ ਨਹੀਂ ਕਿਹੜੀ ਚੀਜ਼ ਗਲਾਸ 'ਚ ਪਈ ਹੈ, ਕਿਹੜੀ ਚੀਜ਼ ਮੈਂ ਤਾਂ ਨਹੀਂ ਪੀ ਸਕਦਾ। ਫਿਰ ਉਹ ਕਹਿੰਦੇ ਮਾਂ ਨੂੰ ਆਵਾਜ਼ ਮਾਰੋ ਇਹਦੀ ਨੂੰ। ਮਾਂ ਆ ਕੇ ਕਹਿੰਦੀ, ਬੇਟਾ ਡੋਂਟ ਵਰੀ, ਮੇਰੇ 'ਤੇ ਭਰੋਸਾ ਕਰ, ਪੀ ਲੈ। ਮਾਂ ਦੇ ਅੱਖੇ ਲੱਗ ਕੇ ਪੀ ਜਾਂਦਾ। ਜਿਵੇਂ ਮਾਂ ਉਸ 'ਚ ਸੱਚਾਈ ਹੈ, ਜੋ ਮਾਂ ਕਹਿੰਦੀ ਹੈ
ਬੱਚਾ ਉਹੀ ਪਰਸੀਵ ਕਰ ਲੈਂਦਾ। ਇਹ ਬੜੀ ਕਮਾਲ ਦੀ ਚੀਜ਼ ਤੇ ਸਾਡੇ ਕੋਲ ਦੀ ਹਿਊਮਨ ਸਾਈਕੋਲੋਜੀ ਇਤਨੀ ਸਟੱਡੀ ਆ ਚੁੱਕੀ ਹੈ। ਮਾਂ ਬੱਚੇ ਨੂੰ ਇਹ ਰਿਅਲਾਈਜ਼ ਕਰਾ ਦੇ ਛੋਟੇ ਹੁੰਦੇ ਆ ਕਿ ਬੇਟਾ ਦੇਖ ਆਹ ਚੀਜ਼ ਜਿਹੜੀ ਨਾ ਆਹ ਪੀਣ ਨਾਲ ਸਿਹਤ ਬਣਦੀ ਹੈ। ਬਸ ਬਚਪਨ 'ਚ ਇੱਕ ਐਸਾ ਅੰਦਰ ਫੇਥ ਡਿਵੈਲਪ ਹੋ ਗਿਆ ਉਸ ਚੀਜ਼ ਬਾਰੇ, ਦੁਨੀਆ ਦੀ ਜਿਹੜੀ ਮਰਜ਼ੀ ਤਾਕਤ ਆ ਕੇ ਕਹੇ ਵੀ ਓਕੇ ਵੀ ਆਹ ਚੀਜ਼ ਠੀਕ ਨਹੀਂ, ਆਹ ਚੀਜ਼ ਗਲਤ ਹੈ, ਨੋ ਨੋ ਮਾਈ ਮਮ ਆਲਵੇਜ਼ ਹੈਵ ਟੋਲਡ ਮੀ। ਸੋ ਇਹ ਇੱਕ ਲੈਵਲ ਦਾ ਰਿਲੇਸ਼ਨਸ਼ਿਪ ਵੀ ਹੈ। ਗੁਰਮਤ, ਗੁਰੂ ਕੀ ਮਤ, ਜਿਹੜੀ ਗੁਰੂ ਕੀ ਮਤ ਸਾਡੀ ਅਸਲ ਮਾਂ ਆ, ਇਹ ਪਿਆਵਣ ਆ, ਇਹ ਸਾਨੂੰ ਪਿਆਉਂਦੀ ਹੈ। ਜਿਹਦਾ ਬਿਲੀਵ ਸਿਸਟਮ ਗੁਰੂ ਨਾਲ ਅੰਗੇਜ ਹੋ ਗਿਆ, ਗੁਰੂ ਨਾਲ ਜਿਹਦੀ ਐਸੋਸੀਏਸ਼ਨ ਬਣ ਗਈ ਹੈਗੀ, ਐਸੋਸੀਏਟ ਕਰ ਗਿਆ ਜਿਹੜਾ, ਉਹਨੂੰ ਇਹ ਅੰਮ੍ਰਿਤ ਮਿਲੇਗਾ। ਉਹਨੂੰ ਇਸ ਅੰਮ੍ਰਿਤ ਤੋਂ ਕੋਈ ਰੋਕ ਨਹੀਂ ਸਕਦਾ। ਇਹ ਰਹਾਉ ਦਾ ਬੰਦ ਆ। ਰਹਿੰਦੇ ਬਚਨ ਵਿੱਚ ਇਹਦੀ ਫਰਦਰ ਐਕਸਪਲੇਨੇਸ਼ਨ ਹੈਗੀ ਹੈ, ਜਿਹਦੀ ਬਾਤ ਆਉਂਦੇ ਸਮੇਂ 'ਚ ਪਾਵਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।